ਕਿਤੇ ਕੋਈ ਪੁਲਿਸ ਅਧਿਕਾਰੀ ਆ ਕਿਤੇ ਰੇਹੜੀ ਤੋਂ ਕੋਈ ਆਂਡੇ ਚੁੱਕੀ ਜਾਂਦਾ, ਕੋਈ ਕਿਸੇ ਤੋਂ ਕੋਈ ਜਬਰੀ ਕਿਸੇ ਤੋਂ ਮੁਰਗਾ ਮੰਗਵਾਈ ਜਾਂਦਾ। 90,000 ਤੋਂ ਉੱਪਰ ਪੁਲਿਸ ਮੁਲਾਜ਼ਮ ਹੈਗੇ ਆ, ਕਰੀਬ 80,000 ਪਲੱਸ ਸਾਡੀ ਪੁਲਿਸ ਦੀ ਫੋਰਸ ਹੈ ਪੰਜਾਬ ਪੁਲਿਸ ਦੀ। ਸੋ ਵਿੱਚ ਚੰਦ ਕੇਸਿਸ ਹੈ ਇਹੋ ਜਿਹੀਆਂ ਐਬਰੇਸ਼ਨਸ ਹੁੰਦੀਆਂ, ਗਲਤੀਆਂ ਕਰਦੇ ਆ, ਬਟ ਵੀ ਹੈਵ ਅ ਜ਼ੀਰੋ ਟੋਲਰੈਂਸ ਪੋਲਿਸੀ। ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਹੈਗੇ। ਐਕਟਿਵ ਜੁਡੀਸ਼ਰੀ ਹੈ, ਐਕਟਿਵ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਮਤਲਬ ਹਰ ਟਾਈਮ ਤੇ ਤੁਸੀਂ ਇੱਕ ਪਬਲਿਕ ਗਲੇਅਰ ਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਪੁਲਿਸ ਹੈਗੀ ਆ। ਸੋ ਇੰਨਾ ਸੌਖਾ ਨਹੀਂ ਹੈ ਕਿ ਔਰ ਕਿ ਕੋਈ ਹਿਊਮਨ ਰਾਈਟਸ ਵਾਇਲੇਸ਼ਨਸ ਹੋਣ। ਪਿਆਰੇ ਦਰਸ਼ਕੋ, ਸਮੇਂ ਤੁਹਾਨੂੰ ਅਸੀਂ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ। ਅੱਜ ਇੱਕ ਵਾਰ ਫਿਰ ਇਸ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਾਂ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਹਨ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਦਿਨਕਰ ਗੁਪਤਾ ਜੀ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਪੰਜਾਬ ਦੀ ਸੁਰੱਖਿਆ ਸਥਿਤੀ ਬਾਰੇ ਤੇ ਦੇਸ਼ ਦੀ ਸੁਰੱਖਿਆ ਸਥਿਤੀ ਬਾਰੇ, ਤੇ ਸਾਡੇ ਭਾਰਤ ਦੇ ਆਲੇ ਦੁਆਲੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਉਹਦੇ 'ਚ ਸਾਡੇ ਲਈ ਸੁਰੱਖਿਆ ਦੇ ਪੱਖ ਤੋਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਉੱਭਰ ਰਹੀਆਂ, ਪੰਜਾਬ 'ਚ ਸਾਨੂੰ ਕੀ ਕਰਨ ਦੀ ਲੋੜ ਹੈ, ਕਿਹਨਾਂ ਸਾਵਧਾਨੀਆਂ ਦੀ ਲੋੜ ਹੈ, ਇਹਦੇ ਬਾਰੇ ਚਰਚਾ ਕਰਾਂਗੇ। ਦਿਨਕਰ ਗੁਪਤਾ ਜੀ, ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਾਨਕ ਜੀ, ਥੈਂਕ ਯੂ ਵੈਰੀ ਮਚ। ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਸਟੂਡੀਓ 'ਚ ਆ ਕੇ। ਥੈਂਕ ਯੂ ਵੈਰੀ ਮਚ, ਸ਼ੁਕਰੀਆ। ਗੁਪਤਾ ਜੀ, ਤੁਹਾਡਾ ਲੰਮਾ ਤਜਰਬਾ ਜਿਹੜਾ ਸੁਰੱਖਿਆ ਮਾਮਲਿਆਂ ਨਾਲ ਨਿਪਟਣ ਦਾ, ਤੁਸੀਂ ਜਿਹੜੇ ਆਈਬੀ ਵਿੱਚ ਰਹੇ ਆ ਤੇ ਹੁਣ ਪੰਜਾਬ ਪੁਲਿਸ ਦੇ ਮੁਖੀ ਵਜੋਂ ਆਪਣੇ ਫਰਜ਼ ਅਦਾ ਕਰ ਰਹੇ ਆ, ਤੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਆਲੇ ਦੁਆਲੇ ਜਿਹੜੇ ਖਤਰੇ ਆ ਉਹ ਵੱਧ ਰਹੇ ਆ। ਕੁਝ ਮਹੀਨੇ ਪਹਿਲਾਂ ਚੀਨ ਤੇ ਪਾਕਿਸਤਾਨ ਨੇ ਜਿਹੜਾ LAC ਤੇ ਸਾਂਝੀਆਂ ਜੰਗੀ ਮਸ਼ਕਾਂ ਕੀਤੀਆਂ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਜਿਹੜੇ ਆ ਮੁੜ ਕਾਬਜ਼ ਹੁੰਦੇ ਨਜ਼ਰ ਆ ਰਹੇ ਆ। ਪਾਕਿਸਤਾਨ ਵਾਲੇ ਪਾਸੇ ਤੋਂ ਜੰਮੂ ਕਸ਼ਮੀਰ ਵਿੱਚ ਵੀ ਪੰਜਾਬ ਵਿੱਚ ਸੁਰੱਖਿਆ ਦਾ ਇੱਕ ਨਵਾਂ ਖਤਰਾ ਉੱਭਰਿਆ ਕਿ ਡਰੋਨਸ ਉੱਥੋਂ ਆ ਰਹੇ ਆ ਹਥਿਆਰ ਲੈ ਕੇ। ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਗੰਭੀਰ ਬਣਦੀਆਂ ਨਜ਼ਰ ਆ ਰਹੀਆਂ। ਇਹਨਾਂ ਸਾਰੀਆਂ ਸਥਿਤੀਆਂ ਨਾਲ ਤੁਸੀਂ ਹਰ ਰੋਜ਼ 2-4 ਹੋ ਰਹੇ ਆ, ਇਹਨਾਂ ਚੁਣੌਤੀਆਂ ਨੂੰ ਦੇਖ ਰਹੇ ਆ, ਇਹਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਫਿਰ ਵੀ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਇਹ ਸਾਰਾ ਜੋ ਸਮੁੱਚਾ ਸਾਡਾ ਸੰਦਰਭ ਬਣਦਾ ਸੁਰੱਖਿਆ ਦਾ, ਇਹਦੇ ਵਿੱਚ ਪੰਜਾਬ ਦੀਆਂ ਸੁਰੱਖਿਆ ਚੁਣੌਤੀਆਂ ਕੀ ਹੈ ਜੀ? ਸਤਨਾਮ ਜੀ, ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਸਾਡਾ ਕਰੀਬ 553 ਕਿਲੋਮੀਟਰ ਲੰਬੀ ਸਰਹੱਦ ਹੈ, ਪਾਕਿਸਤਾਨ ਨਾਲ ਲੱਗਦੀ ਹੈ। ਤੇ ਪੰਜਾਬ ਦੀ ਇੱਕ ਮਤਲਬ ਬਦਕਿਸਮਤੀ ਕਹਿ ਲਓ, ਕੁਛ ਵੀ ਕਹਿ ਲਓ, ਅਸੀਂ ਹਿਸਟਰੀ ਤੋਂ ਵੀ ਮਾਰੇ ਜਾਂਦੇ ਹਾਂ। ਸਾਨੂੰ ਹਿਸਟਰੀ ਵੀ ਮਾਰਦੀ ਹੈ, ਜੋਗ੍ਰਾਫੀ ਵੀ ਮਾਰਦੀ ਹੈ। ਜੋਗ੍ਰਾਫੀ ਦਾ ਮੈਂ ਜ਼ਿਕਰ ਕੀਤਾ, ਜਿਹੜਾ ਆਪਣਾ ਸਰਹੱਦੀ ਸੂਬਾ ਹੋਣ ਕਰਕੇ ਹਿਸਟਰੀ 'ਚ ਪਿੱਛੇ ਚੱਲ ਜਾਓ ਤਾਂ ਇੱਧਰੋਂ ਹੀ ਜਿੰਨੇ ਇਨਵੇਡਰ ਆਏ, ਦੂਸਰੇ ਆਏ, ਇੱਧਰੋਂ ਹੀ ਆਉਂਦੇ ਰਹੇ। ਹੁਣ ਵੀ ਆਪਣਾ ਜਿਹੜਾ ਹੈ ਉਹਦੇ ਬਾਅਦ ਆਪਣੀ ਹਿਸਟਰੀ ਵੀ 80s 90s ਦੇ ਵਿੱਚ ਤੁਹਾਨੂੰ ਪਤਾ ਹੈ ਕਿਵੇਂ ਆਪਾਂ ਸੰਤਾਪ ਪੰਜਾਬੀਆਂ ਨੇ ਭੋਗਿਆ। 15 ਸਾਲ ਕਰੀਬ 30,000 ਕਰੀਬ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਜਿਸ ਸਾਡੇ ਪੁਲਿਸ ਅਫਸਰਾਂ ਨੇ ਵੀ ਸ਼ਹਾਦਤਾਂ ਦਿੱਤੀਆਂ, ਕਰੀਬ 1800 ਪੁਲਿਸ ਅਫਸਰ ਵੱਖ-ਵੱਖ ਰੈਂਕਸ 'ਤੇ। 93 ਵਿੱਚ ਸ਼ਾਂਤੀ ਬਹੁਤ ਹੱਦ ਤੱਕ ਪੰਜਾਬ ਦੇ ਕੁਰਬਾਨੀਆਂ ਦੇ ਸਦਕੇ ਹੀ ਆਪਣੀ ਸ਼ਾਂਤੀ ਬਹਾਲ ਹੋਈ। ਉਹਦੇ ਬਾਅਦ ਕੁਛ ਇੱਕਾ ਦੁੱਕਾ ਇੰਸੀਡੈਂਟ ਹੁੰਦੇ ਰਹੇ। ਉਹਦੇ ਬਾਅਦ ਕਰੀਬ 2015 ਤੋਂ ਦੁਬਾਰਾ ਹਾਲਾਤ ਵਿਗੜਨੇ, ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਲੇਕਿਨ ਪੰਜਾਬ ਦੇ ਲੋਕ ਇਸ ਸਾਜ਼ਿਸ਼ਾਂ ਨੂੰ ਸਮਝ ਚੁੱਕੇ ਸੀ। ਜਿਹੜੀਆਂ ਵੱਖਵਾਦੀ ਸ਼ਕਤੀਆਂ, ਅੱਤਵਾਦ ਨੂੰ ਪ੍ਰਮੋਟ ਕਰਨ ਵਾਲੀਆਂ ਸ਼ਕਤੀਆਂ ਜਿਹੜੀਆਂ ਬਾਹਰ ਬੈਠੀਆਂ, ਸਰਹੱਦ ਪਾਰ ਬੈਠੀਆਂ, ਦੂਸਰੇ ਮੁਲਕਾਂ 'ਚ ਵੀ ਕੁਝ ਚੰਦ ਲੋਕ ਹਨ ਜਿਹੜੇ ਕਿ ਇਹ ਪ੍ਰਮੋਟ ਕਰਦੇ ਪਏ ਹੈਗੇ ਆ। ਕੁਝ ਮੁਲਕ ਵੀ ਹੁੰਦੇ ਆ, ਕੁਝ ਲੋਕ ਵੀ ਹੁੰਦੇ ਆ ਜਿਹੜੇ ਹਿੰਦੁਸਤਾਨ ਦੀ, ਭਾਰਤ ਦੀ ਪ੍ਰਗਤੀ, ਭਾਰਤ ਦੀ ਪ੍ਰੋਗਰੈਸ, ਡਿਵੈਲਪਮੈਂਟ ਤੋਂ ਵੀ ਖੁਸ਼ ਨਹੀਂ ਹੈਗੇ ਆ। ਸੋ ਇਹ ਕੋਸ਼ਿਸ਼ਾਂ ਚੱਲਦੀਆਂ ਰਹੀਆਂ। 15 ਦੇ ਬਾਅਦ ਇਹ ਵੱਧ ਗਈਆਂ। ਜਿਹੜਾ ਬਾਰਡਰ ਫੈਂਸਿੰਗ ਸੀ ਉਹ 91 ਦੇ ਵਿੱਚ ਉਹ ਇੱਕ ਬਹੁਤ ਵੱਡਾ ਕਾਰਨ ਸੀ ਜਿਹਦੇ ਨਾਲ ਅੱਤਵਾਦ ਤੇ ਕਾਬੂ ਪਾਉਣ 'ਚ ਹਿੰਦੁਸਤਾਨ ਮਦਦ ਮਿਲੀ। ਇਹ ਹੁਣ ਜਿਹੜੀ ਡਰੋਨ ਵਾਲੀ ਤੁਸੀਂ ਉਹਦਾ ਕੀਤਾ। ਸੋ ਇਹ 15 ਦੇ ਬਾਅਦ ਇਹ ਫਿਰ ਐਕਟੀਵਿਟੀ, ਰਿਵਾਈਵਲ ਆਫ ਟੈਰਰਿਜ਼ਮ, ਇੱਥੇ ਮਿਲੀਟੈਂਟ ਐਕਟੀਵਿਟੀ ਪ੍ਰਮੋਟ ਕਰਨਾ ਦੁਬਾਰਾ ਚਾਲੂ ਹੋ ਗਿਆ। 15 ਦੇ ਵਿੱਚ ਫਦਾਈਨ ਅਟੈਕ ਹੋਇਆ। 1 ਜਨਵਰੀ 16 'ਚ ਫਦਾਈਨ ਅਟੈਕ ਹੋਇਆ। ਫਿਰ ਸੀਰੀਅਲ ਟਾਰਗੇਟਿਡ ਕਿਲਿੰਗ ਚਾਲੂ ਹੋ ਗਈਆਂ ਲੁਧਿਆਣੇ ਦੇ ਆਲੇ ਦੁਆਲੇ। ਜਲੰਧਰ ਵਿੱਚ ਤੁਹਾਨੂੰ ਪਤਾ ਯਾਦ ਹੋਏਗਾ ਬ੍ਰਿਗੇਡੀਅਰ ਗਗਨੇਜਾ ਜਿਹੜੇ RSS ਦੇ ਸਨ,
ਉਹਨਾਂ ਤੇ ਅਟੈਕ ਹੋਇਆ ਜਲੰਧਰ ਦੇ ਵਿੱਚ। ਬਿਲਕੁਲ। ਸੋ ਉਹਨਾਂ ਦੀ ਮੌਤ ਹੋਈ। ਉਹਦੇ ਬਾਅਦ ਇੱਕ ਕ੍ਰਿਸਚਨ ਪਾਦਰੀ ਸਨ ਜਿਹੜੇ 17 ਦੇ ਵਿੱਚ ਹੋਇਆ। ਫਿਰ ਇਹ ਸਿਲਸਿਲਾ ਖੈਰ ਉਹਦੇ ਕੁਝ ਬੰਦੇ ਫੜੇ ਗਏ ਨਵੰਬਰ 2017 ਦੇ ਵਿੱਚ। ਉਹਦੇ ਬਾਅਦ ਇੱਥੇ ਆਪਾਂ ਬੈਠੇ ਹਾਂ ਬਹੁਤੀ ਦੂਰ ਨਹੀਂ, ਮਕਸੂਦਾਂ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਅਟੈਕ ਹੋਇਆ। ਉਹਦੇ ਬਾਅਦ ਇੱਕ ਨਿਰੰਕਾਰੀ ਸਮਾਗਮ 'ਚ 18 ਵਿੱਚ ਹੋਇਆ। ਸੋ ਇਹ ਸਿਲਸਿਲਾ ਬਰਾਬਰ ਜਾਰੀ ਹੈ, ਲੇਕਿਨ ਉਦੋਂ ਤੱਕ ਵੀ ਹਲੇ ਇਹ ਡਰੋਨ ਵਾਲੀ ਟੈਕਨੋਲੋਜੀ ਵਗੈਰਾ ਦਾ ਜ਼ਿਕਰ ਮਤਲਬ ਸ਼ੁਰੂ ਨਹੀਂ ਹੋਈ ਸੀ ਜਿਹੜੀ ਉਹ ਹੈ। ਇਹ ਬਹੁਤ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਜਿਹੜੀ ਬਾਰਡਰ ਫੈਂਸ ਹੈ ਉਹ ਇੱਕ ਤਰ੍ਹਾਂ ਉਹ ਮਤਲਬ ਗੈਰ ਪ੍ਰਭਾਵੀ ਹੋ ਗਈ। ਗੈਰ ਪ੍ਰਭਾਵੀ ਹੋ ਗਈ, ਬਿਲਕੁਲ ਠੀਕ ਤੁਸੀਂ ਲਫ਼ਜ਼ ਯੂਜ਼ ਕੀਤੇ। ਉਹਦੇ ਰਾਹੀਂ ਵੈਪਨ ਆ ਰਹੇ ਹੈਗੇ ਆ, ਹਥਿਆਰ ਆ ਰਹੇ ਹੈ, ਡਰੱਗਸ ਆ ਰਹੇ ਨੇ, ਹੈਂਡ ਗ੍ਰਨੇਡ ਆ ਰਹੇ ਹੈ। ਤੁਸੀਂ ਪਿੱਛੇ ਦੇਖਿਆ ਹੋਣਾ ਪਰਸੋਂ ਅਸੀਂ ਇੱਕ ਇਹ ਟਿਫਨ ਬੰਬ ਜਿਹੜਾ ਡਰੋਨ ਰਾਹੀਂ ਆਇਆ ਸਰਹੱਦ ਪਾਰੋਂ, ਉਹ ਵੀ ਇੱਕ ਮਿਲਿਆ ਹੈ, ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਹਾਂਜੀ ਹਾਂਜੀ। ਇਹ ਜਿਹੜੀ ਡਰੋਨ ਦੇ ਨਾਲ ਜਿਹੜੇ ਉਧਰਲੇ ਪਾਸੇ ਤੋਂ ਇੱਧਰ ਹਥਿਆਰ ਭੇਜਣੇ ਜਾਂ ਨਸ਼ੇ ਭੇਜਣੇ ਇਹ ਸ਼ੁਰੂ ਹੋਇਆ ਤੇ ਇਹ ਕਿਹਾ ਜਾਂਦਾ ਸਾਡਾ, ਮੈਂ ਕੌਮੀ ਪੱਧਰ ਤੇ ਵੀ ਟੀਵੀ ਚੈਨਲਾਂ ਤੇ ਇਹਦੇ ਬਾਰੇ ਚਰਚਾ ਸੁਣੀ ਆ ਕਿ ਹਜੇ ਸਾਡੇ ਕੋਲ ਕੋਈ ਇਫੈਕਟਿਵ ਜਿਹੜੀ ਟੈਕਨੋਲੋਜੀ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਨਹੀਂ ਹੈਗੀ। ਤੇ ਇਸ ਤਰ੍ਹਾਂ ਦੀ ਜੇ ਸਾਡੇ ਕੋਲ ਕੋਈ ਪ੍ਰਭਾਵੀ ਹਜੇ ਟੈਕਨੋਲੋਜੀ ਸਾਡੇ ਕੋਲ ਨਹੀਂ ਹੈਗੀ ਤੇ ਫਿਰ ਇਸ ਚੁਣੌਤੀ ਨੂੰ ਨਾਲ ਨਿਪਟਣ ਦਾ ਆਪਣੇ ਕੋਲ ਕੀ ਬਦਲ ਹੈਗੇ ਆ? ਇਹਦੇ ਬਾਰੇ ਜਦੋਂ ਪਹਿਲੀ ਵਾਰ ਇਹ ਪਹਿਲਾ ਰਿਕਾਰਡਡ ਜਿਹੜਾ ਕੇਸ ਸੀਗਾ ਸਾਡੇ ਕੋਲ ਸਤੰਬਰ ਅਕਤੂਬਰ ਦੇ 2019 ਕਰੀਬ 2 ਸਾਲ ਪਹਿਲਾਂ ਪਹਿਲੀ ਵਾਰ ਇੱਕ ਡਰੋਨ ਜਿਹੜਾ ਪਾਰੋਂ ਆਇਆ ਇੱਥੇ ਡਿੱਗ ਪਿਆ। ਹਥਿਆਰ ਉਹਨੇ ਇੱਥੇ ਡਿਲੀਵਰ ਕੀਤੇ, ਪੇਲੋਡ MP9 ਰਾਈਫਲ ਗਨ ਸੀ, ਦੂਸਰੇ ਗ੍ਰੇਨੇਡ ਵਗੈਰਾ ਵੀ ਹੋਰ ਚੀਜ਼ਾਂ ਆਈਆਂ 2019 ਦੇ ਵਿੱਚ ਪਹਿਲੀ ਵਾਰ। ਉਹਦੇ ਬਾਅਦ ਸਾਡੇ CM ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ, ਹੋਮ ਮਿਨਿਸਟਰ ਸਾਹਿਬ ਨਾਲ, ਪ੍ਰਾਈਮ ਮਿਨਿਸਟਰ ਸਾਹਿਬ ਨਾਲ ਟੇਕ ਅਪ ਕੀਤਾ। ਸੋ ਕਾਫੀ ਉੱਥੇ ਕੋਸ਼ਿਸ਼ਾਂ ਇੰਡੀਅਨ 에ਅਰ ਫੋਰਸ, ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਆਪਣੀ ਸਰਹੱਦ ਨੂੰ ਗਾਰਡ ਕਰਦੀ ਹੈ, ਸੋ ਦੂਸਰੀਆਂ ਸੈਂਟਰਲ ਏਜੰਸੀਆਂ, ਇਦਾਰੇ, ਉਹਨਾਂ ਸਭ ਨਾਲ ਉਹ ਚੱਲ ਰਿਹਾ ਹੈ। ਇਸ ਨਾਲ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਦੇ ਨਾਲ ਕੋਈ ਹਾਲੇ ਸੋਲੂਸ਼ਨ ਨਹੀਂ ਹੈ। ਵੱਖ-ਵੱਖ ਸੋਲੂਸ਼ਨ ਜਿਹੜੇ ਹੈਗੇ ਆ, ਅਸਲ ਸਾਡਾ ਬਾਰਡਰ ਬਹੁਤ ਲੰਬਾ ਬਾਰਡਰ ਹੈ, ਸੋ ਉਹ ਐਡਾ ਵੱਡਾ ਸੋਲੂਸ਼ਨ ਜਿਹੜਾ ਕਿ ਸਾਰਾ ਬਾਰਡਰ ਕਵਰ ਕਰ ਸਕੇ, ਉਹ ਜਿਹਾ ਸੋਲੂਸ਼ਨ ਹਲੇ ਉਹਦੇ ਪ੍ਰੋਗਰੈਸ ਚੱਲ ਰਹੀ ਹੈਗੀ ਹੈ। ਲੇਕਿਨ ਸੋਲੂਸ਼ਨਸ ਹੈਗੇ ਆ ਵੱਖਰੇ ਵੱਖਰੇ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਨੇ ਵੀ ਡਿਪਲੋਏ ਕੀਤੇ ਹਨ, ਟੈਸਟ ਕੀਤੇ ਹਨ, ਦੂਸਰੇ ਅਦਾਰਿਆਂ ਨੇ ਵੀ। ਸੋ ਅਸੀਂ ਵੀ ਉਹਨਾਂ ਨਾਲ ਰਲ ਮਿਲ ਕੇ, ਇੰਡੀਅਨ 에ਅਰ ਫੋਰਸ ਨਾਲ ਰਲ ਮਿਲ ਕੇ, ਸੋ ਉਹ ਟੈਕਨੋਲੋਜੀ ਵਗੈਰਾ ਕੀਤੀ ਜਾ ਰਹੀ ਹੈਗੀ ਹੈ। ਸੋ ਉਸ 'ਚ ਕਾਮਯਾਬੀ ਮਿਲੀ ਹੈ, ਲੇਕਿਨ ਕੰਮ ਜਾਰੀ ਹੈ। ਸੋ ਕਾਮਯਾਬੀਆਂ ਮਿਲੀਆਂ, ਰਿਕਵਰੀਆਂ ਵੀ ਕੀਤੀਆਂ, ਜਿਹੜੇ ਹਥਿਆਰ ਆਏ, ਦੂਸਰੇ ਕੋਈ ਗ੍ਰਨੇਡ ਆਏ, ਦੂਸਰੇ ਡਰੱਗਸ ਆਏ, ਕਾਫੀ ਕਾਮਯਾਬੀਆਂ BSF ਨੇ, ਪੰਜਾਬ ਪੁਲਿਸ ਨੇ, ਦੂਸਰੇ ਨਾਰਕੋਟਿਕਸ ਕੰਟਰੋਲ ਬਿਊਰੋ, NIA, ਹੋਰ ਸਭ ਨੇ ਰਲ ਮਿਲ ਕੇ ਕਾਫੀ ਉਹ ਹੋਇਆ। ਬਟ ਜਿਵੇਂ ਤੁਸੀਂ ਕਿਹਾ ਕਿ ਇਹ ਮਤਲਬ ਇਹ ਬਹੁਤ ਆਪਣਾ ਲੈਂਡ ਬਾਰਡਰ ਬਹੁਤ ਵੱਡਾ ਹੈ, ਜਿਹੜੇ ਮੁਲਕਾਂ ਦੇ ਲੈਂਡ ਬਾਰਡਰ ਐਡੇ ਲੰਬੇ ਹੁੰਦੇ ਹਨ, ਨਾਲ ਫਿਰ ਆਪਣੇ ਜਿਹੜੀਆਂ ਤਾਕਤਾਂ ਹਨ, ਸ਼ਕਤੀਆਂ ਹਨ। ਸੋ ਇਟ ਇਜ਼ ਅ ਮੈਟਰ ਆਫ ਕੰਸਰਨ। ਤੁਸੀਂ ਉਹਦਾ ਵੀ ਜ਼ਿਕਰ ਕੀਤਾ, ਅਫਗਾਨਿਸਤਾਨ ਦੀ ਜਿਹੜੀ ਸਥਿਤੀ ਡਿਵੈਲਪ ਹੋ ਰਹੀ ਹੈ, ਉਹ ਵੀ ਇੱਕ ਚਿੰਤਾਜਨਕ ਚੀਜ਼ ਹੈ। ਸੋ ਆਪਾਂ ਇਹਦੇ 'ਚ ਸਰ ਤੁਸੀਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਤੁਸੀਂ ਨੈਸ਼ਨਲ ਲੈਵਲ 'ਤੇ ਵੀ ਸਿਕਿਉਰਿਟੀ ਦਾ ਕੰਮਕਾਜ ਦੇਖਿਆ, ਕੰਮ ਕੀਤਾ। ਅਸੀਂ ਪਿਛਲੇ ਕਈ ਦਹਾਕਿਆਂ ਤੋਂ ਦੇਖ ਰਹੇ ਹਾਂ ਪਾਕਿਸਤਾਨ ਦੀ ਜਿਹੜੀ ਫੌਜ ਹੈ, ਉਹਦੀ ਜਿਹੜੀ ਸਿਕਿਉਰਿਟੀ ਸਟ੍ਰੈਟਜੀ ਹੈ ਜਾਂ ਸਿਕਿਉਰਿਟੀ ਰਣਨੀਤੀ ਹੈ, ਜਾਂ ਉਹਦੇ 'ਚ ਕੋਈ ਤਬਦੀਲੀ ਕਿਉਂ ਨਹੀਂ ਆ ਰਹੀ? ਕਿਉਂਕਿ ਜਦੋਂ ਤਾਲਿਬਾਨ ਉੱਥੇ ਕਾਬਜ਼ ਹੋ ਗਏ ਸੀ ਅਫਗਾਨਿਸਤਾਨ 'ਚ, 2001 ਤੱਕ ਉਹਨਾਂ ਦੀ ਸਰਕਾਰ ਰਹੀ ਹੈ, ਉਹ 3-4 ਸਾਲ ਉੱਥੇ ਉਹਨਾਂ ਦੀ ਸਰਕਾਰ ਜਦੋਂ ਬਣੀ ਆ ਤੇ ਉਹਨਾਂ ਨੇ ਉੱਥੇ ਬੈਠ ਕੇ ਦੁਨੀਆ ਭਰ 'ਚ ਦਹਿਸ਼ਤ ਵੀ ਫੈਲਾਈ। ਜੰਮੂ ਕਸ਼ਮੀਰ 'ਚ ਵੀ ਸਾਡੇ ਉਦੋਂ ਜਿਹੜੀ ਹਿੰਸਾ ਵੱਧ ਗਈ ਸੀ, ਤੇ ਨਾਲ ਪਾਕਿਸਤਾਨ ਲਈ ਵੀ ਜਿਹੜੀ ਚੁਣੌਤੀਆਂ ਵੱਧ ਗਈਆਂ ਸੀ, ਕਿਉਂਕਿ ਪਾਕਿਸਤਾਨ ਵਿੱਚ ਵੀ ਉਹ ਸ਼ਰੀਅਤ ਆਧਾਰਿਤ ਜਿਹੜਾ ਰਾਜਨੀਤਿਕ ਵਿਵਸਥਾ ਚਾਹੁੰਦੇ ਸੀਗੇ, ਤੇ ਪਾਕਿਸਤਾਨ ਨੂੰ ਵੀ ਇੱਕ ਸਿਕਿਉਰਿਟੀ ਥ੍ਰੈਟ ਜਿਹੜੀ ਹੈ ਉਹ ਉਹਨਾਂ ਦੀ ਸਰਕਾਰ ਤੋਂ ਬਣਨੀ ਸ਼ੁਰੂ ਹੋ ਗਈ ਸੀ। ਇਹਦੇ ਬਾਵਜੂਦ ਹੁਣ ਪਾਕਿਸਤਾਨ ਉਹੀ ਪੁਰਾਣੀ ਖੇਡ ਜਿਹੜੀ ਆ ਉਹ ਕਿਉਂ ਖੇਡ ਰਿਹਾ
ਕਿ ਕੱਲ ਜੇ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਤਾਲਿਬਾਨ ਕਾਬਜ਼ ਹੋ ਜਾਂਦੇ ਆ, ਜਿਸ ਤਰ੍ਹਾਂ ਹੁਣ ਉਹ ਜਮਹੂਰੀਅਤ 'ਚ ਕੋਈ ਯਕੀਨ ਨਹੀਂ, ਔਰਤਾਂ ਨੂੰ ਉਹ ਕੋਈ ਆਜ਼ਾਦੀ ਨਹੀਂ ਦਿੰਦੀ, ਆਜ਼ਾਦੀ ਨਹੀਂ ਦਿੰਦੇ, ਬਹੁਤ ਸਾਰੇ ਖੇਤਰਾਂ 'ਚ ਉਹਨਾਂ ਨੇ ਕਿਹਾ ਉਹ ਕੱਲੀਆਂ ਬਾਹਰ ਨਹੀਂ ਜਾ ਸਕਦੀਆਂ, ਉਹ ਬਹੁਤੀ ਹਾਇਰ ਐਜੂਕੇਸ਼ਨ ਨਹੀਂ ਲੈ ਸਕਦੀਆਂ, ਉਹ ਵੱਖ-ਵੱਖ ਤਰ੍ਹਾਂ ਦੇ ਕੰਮ ਨਹੀਂ ਕਰ ਸਕਦੀਆਂ। ਫਿਰ ਉਹਨਾਂ ਦੇ ਹੁਣ ਫਰਮਾਨ ਜਾਰੀ ਕਰ ਦਿੱਤੇ ਆ ਕਿ ਉਹ ਜਿਹੜੇ ਤਾਲਿਬਾਨ ਗਰੀਲੇ ਆ ਉਹਨਾਂ ਲਈ ਪਤਨੀਆਂ ਚਾਹੀਦੀਆਂ, ਉਹ ਜਬਰੀ ਵਿਆਹ ਕਰਨਾ ਚਾਹੁੰਦੇ ਆ ਅਫਗਾਨਿਸਤਾਨ ਦੇ ਲੋਕਾਂ ਦੀਆਂ ਲੜਕੀਆਂ ਨਾਲ, ਉਹਨਾਂ ਦੀ ਇੱਛਾ ਦੇ ਵਿਰੁੱਧ ਜਾ ਕੇ। ਇਸ ਤਰ੍ਹਾਂ ਦੇ ਜਿਹੜਾ ਸਮਾਜ ਉਹ ਸਿਰਜਣਾ ਚਾਹੁੰਦੇ ਆ ਜਿਹੜੀ 21ਵੀਂ ਸਦੀ 'ਚ ਜੇ ਸਮਾਜ ਬਾਰੇ ਸੋਚਿਆ ਨਹੀਂ ਜਾ ਸਕਦਾ। ਤੇ ਇਸ ਤਰ੍ਹਾਂ ਦੇ ਜੋ ਕੁਝ ਉਹ ਇੱਥੇ ਲਾਗੂ ਕਰਨਾ ਚਾਹੁੰਦੇ ਆ ਜਾਂ ਲਾਗੂ ਕਰ ਰਹੇ ਆ ਜਿੰਨੇ ਇਲਾਕੇ ਤੇ ਕਾਬਜ਼ ਹੋ ਗਏ, ਕੀ ਪਾਕਿਸਤਾਨ ਲਈ ਇਹਦੇ ਨਾਲ ਸੁਰੱਖਿਆ ਚੁਣੌਤੀ ਹੋਰ ਨਹੀਂ ਵੱਧ ਰਹੀ? ਫਿਰ ਵੀ ਪਾਕਿਸਤਾਨ ਇਸੇ ਤਰ੍ਹਾਂ ਦੀ ਪੁਰਾਣੀ ਖੇਡ ਕਿਉਂ ਖੇਡ ਰਿਹਾ? ਦੇਖੋ, ਮੇਰਾ ਖਿਆਲ ਉਹ ਜਿਹੜਾ ਐਕਸਟਰਨਲ এনवायरमेंट ਹੈ ਜਿਹਦਾ ਤੁਸੀਂ ਗੱਲ ਕੀਤੀ, ਪਾਕਿਸਤਾਨ ਦੀ ਗੱਲ ਕੀਤੀ, ਅਫਗਾਨਿਸਤਾਨ ਦੀ ਗੱਲ ਕੀਤੀ, ਜੋ ਉੱਥੇ ਡਿਵੈਲਪਮੈਂਟਸ ਚੱਲ ਰਹੀਆਂ ਉਸ 'ਤੇ ਤਾਂ ਆਪਣਾ ਲਿਮਿਟਿਡ ਕੰਟਰੋਲ ਹੈ। ਭਾਰਤ ਸਰਕਾਰ ਦੂਸਰੇ ਮੁਲਕਾਂ ਦੇ ਨਾਲ ਰਲ ਕੇ, ਦੂਸਰੇ ਇੰਸਟੀਟਿਊਸ਼ਨਸ ਦੇ ਨਾਲ ਰਲ ਮਿਲ ਕੇ ਕੋਸ਼ਿਸ਼ ਕਰਦੇ ਪਏ ਹੈਗੇ ਆ। ਤੁਸੀਂ ਆਪਣੇ ਐਕਸਟਰਨਲ ਅਫੇਅਰਸ ਮਿਨਿਸਟਰ ਮੀਟਿੰਗਾਂ ਚੱਲ ਰਹੀਆਂ, ਸੋ ਉਹ ਕੋਸ਼ਿਸ਼ਾਂ ਜਾਰੀ ਹੈਗੀਆਂ। ਮੈਂ ਇਹ ਜਾਣਨਾ ਚਾਹੁੰਦਾ ਵੀ ਉਹੀ ਇੱਕ ਜਿਹੜਾ ਉਹਨੇ ਪਿੱਛੇ ਤਜਰਬਾ ਕਰ ਚੁੱਕੇ ਆ, ਜਿਹਦੇ ਚੋਂ ਖੁਦ ਉਹਨਾਂ ਲਈ ਸੁਰੱਖਿਆ ਚੁਣੌਤੀਆਂ ਬਣ ਗਈਆਂ ਸੀ ਪਾਕਿਸਤਾਨ ਲਈ, ਫਿਰ ਵੀ ਪਾਕਿਸਤਾਨ ਦੀ ਫੌਜ ਆਪਣੀ ਸੁਰੱਖਿਆ ਰਣਨੀਤੀ ਕਿਉਂ ਨਹੀਂ ਬਦਲ ਰਹੀ? ਤੁਹਾਨੂੰ ਕੀ ਲੱਗਦਾ ਇੱਕ ਸੁਰੱਖਿਆ ਦੇ ਐਕਸਪਰਟ ਦੇ ਤੌਰ ਤੇ? ਸਤਨਾਮ ਜੀ, ਮੇਰਾ ਖਿਆਲ ਮੁਲਕ ਆਪਣਾ ਸੈਲਫ ਇੰਟਰਸਟ ਦੇਖਦੇ ਹੈਗੇ ਆ। ਸੋ ਜਿਹੜੀ ਪਾਕਿਸਤਾਨ ਆਰਮੀ ਨੂੰ ਇੰਟਰਸਟ ਹੈ ਕਿ ਉਹ ਖੈਬਰ 'ਚ ਨਾ ਜਿਹੜਾ ਉਹਨਾਂ ਦਾ ਸੂਬਾ ਹੈ ਨਾ ਖੈਬਰ ਪਖਤੂਨਖਵਾ ਜੀ, ਆਰਮੀ ਦੇ ਸਕੂਲ ਤੇ ਹਮਲਾ ਹੋਇਆ, ਆਰਮੀ ਦੇ ਆਫੀਸਰਸ ਦੇ ਦਰਜਨਾਂ ਬੱਚੇ ਮਰੇ ਗਏ। ਇਹ ਕਿਸ ਤਰ੍ਹਾਂ ਦਾ ਸੈਲਫ ਇੰਟਰਸਟ ਹੈ ਜਿਹੜਾ ਕਈ ਵਾਰ ਸਾਨੂੰ ਸਮਝਣ 'ਚ ਬੜੀ ਮੁਸ਼ਕਿਲ ਹੈ। ਮੁਲਕ ਤੋਂ ਵੀ ਕੁਝ ਇਦਾਰੇ ਇਹੋ ਜਿਹੇ ਉੱਧਰ ਬਣ ਗਏ ਹੋਏ ਆ ਜਿਹੜੇ ਮੁਲਕ ਤੋਂ ਵੀ ਉੱਪਰ ਹੈਗੇ ਆ, ਸਰਕਾਰ ਤੋਂ ਵੀ ਉੱਪਰ ਹੈ। ਉਹ ਸਟੇਟ ਵਿਦ ਨਾ ਸਟੇਟ ਕਿਹਾ ਜਾਂਦਾ ਹੈ ਕਿ ISI ਹੈ, ਫੌਜ ਹੈ ਜਿਹੜੇ ਹੈਗੇ ਆ, ਸੋ ਉਹ ਬਹੁਤ ਸ਼ਕਤੀਸ਼ਾਲੀ ਹੈ। ਆਪਾਂ ਤਾਂ ਇੱਕ ਜਮਹੂਰੀਅਤ ਹੋ ਗਈ ਹਿੰਦੁਸਤਾਨ ਦੇ ਵਿੱਚ। ਵਨ ਆਫ ਦੀ ਆਰ ਬਿਗੇਸਟ ਅਚੀਵਮੈਂਟਸ ਇਜ਼ ਡੈਮੋਕ੍ਰੇਸੀ, ਫਰੀडम, ਜਿਹੜੀਆਂ ਚੀਜ਼ਾਂ ਕਰਕੇ ਸਿਵਿਲੀਅਨ ਕੰਟਰੋਲ ਓਵਰ ਆਰਮੀ ਐਟਸੈਟਰਾ, ਆਪਣੇ ਉਹ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਜਦੋਂ ਆਪਾਂ ਆਜ਼ਾਦ ਹੋਏ। ਉਹ ਆਪਣੇ ਦੂਸਰੇ ਮੁਲਕਾਂ 'ਚ ਇਹ ਚੀਜ਼ਾਂ ਨਹੀਂ ਹੋਈਆਂ, ਉਸ ਕਰਕੇ ਸੋ ਉਹ ਚੀਜ਼ਾਂ ਉੱਥੇ ਮੇਰਾ ਨਹੀਂ ਖਿਆਲ ਕਿ ਆਪਾਂ ਨੂੰ ਉਹ ਬਹੁਤਾ ਹੋਪ ਕਰਨੀ ਚਾਹੀਦੀ ਹੈ ਕਿ ਉਹ ਚੇਂਜ ਹੋ ਜਾਣਗੇ ਜਾਂ ਕੁਝ ਹੋ ਜਾਣਗੇ। ਲੱਗਦਾ ਨਹੀਂ ਹੈ। ਮਤਲਬ ਜੇ ਆਪਾਂ ਦੇਖੀਏ ਪਿਛਲੇ 2015 ਤੋਂ ਗੱਲ, ਸੋ ਮੈਨੂੰ ਨਹੀਂ ਲੱਗਦਾ ਕਿ ਸੋ ਆਪਾਂ ਨੂੰ ਆਪਣਾ ਜਿਹੜਾ ਹੈ ਆਪਾਂ ਇੰਟਰਨਲ ਆਪਾਂ ਨੂੰ ਇੱਕ ਤਾਂ ਸਟਰੋਂਗ ਹੋਣਾ ਪਏਗਾ, ਚਾਹੇ ਟੈਕਨੋਲੋਜੀ ਡਿਵੈਲਪ ਜੋ ਵੀ ਹਰ ਪੱਖੋਂ। ਸੋ ਆਪਾਂ ਨੂੰ ਪੁਲਿਸ ਫੌਜ ਹਰ ਪੱਖੋਂ ਉਹ ਸਟਰੋਂਗ ਹੋਣਾ ਪਏਗਾ। ਦੂਸਰਾ ਆਪਣੀ ਸੁਸਾਇਟੀ ਨੂੰ ਵੀ, ਆਪਣੇ ਸਮਾਜ ਨੂੰ, ਆਪਣਾ ਸਰਮਾਇਆ ਆਪਣੇ ਯੂਥ ਹੈ। ਉਹ ਜਿਹੜੀਆਂ ਸਭ ਤੋਂ ਜ਼ਿਆਦਾ ਮੈਨੂੰ ਚਿੰਤਾਜਨਕ ਜਿਹੜੀ ਚੀਜ਼ ਲੱਗਦੀ ਹੈ ਕਿ ਆਪਣੇ ਕੋਸ਼ਿਸ਼ਾਂ ਜਾਰੀ ਹੈ ਬਾਹਰੋਂ ਕਿ ਜਿਹੜਾ ਆਪਣਾ ਪੰਜਾਬ ਦੇ ਜਵਾਨ ਹੈ, ਆਪਣੇ ਯੂਥ ਹੈ, ਉਹਨੂੰ ਬਰਗਲਾਇਆ ਜਾ ਰਿਹਾ, ਉਹਨੂੰ ਕਿਸੇ ਤਰ੍ਹਾਂ ਉਕਸਾਇਆ ਜਾ ਰਿਹਾ, ਐਕਸਪਲੋਇਟ ਕੀਤਾ ਜਾਂਦਾ ਹੈ। ਗਰੀਬ ਲੋਕ ਹੈਗੇ ਆ, ਕਈ ਇਹੋ ਜਿਹੀਆਂ ਏਜੰਸੀਆਂ ਜਿਨ੍ਹਾਂ ਨੂੰ ਇੰਡੀਆ ਨੇ ਅਨਲੌਫੁਲ ਐਸੋਸੀਏਸ਼ਨ, ਚਾਹੇ ਸਿੱਖ ਫॉर ਜਸਟਿਸ ਹੈ, ਦੂਸਰੀਆਂ ਹੈਗੀਆਂ, ਜਿਹੜੇ ਉਹ ਆਪ ਤਾਂ ਲੀਡਰ ਉਹਨਾਂ ਦੇ ਬਾਹਰ ਬੈਠੇ ਹੈ, ਆਪ ਆਨੰਦ ਮਾਣ ਰਹੇ ਹੈ ਉੱਥੇ ਦੀ ਫਰੀडम ਦਾ, ਉੱਥੇ ਦੇ ਉਹਨਾਂ ਦੇ ਬੱਚੇ ਚੰਗੇ ਸਕੂਲ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹੈ, ਆਪਣੇ ਬੱਚਿਆਂ ਨੂੰ ਉਹ ਉਸ ਪਾਸੇ ਧਕੇਲ ਰਹੇ ਹੈ। ਪਰ ਖੁਸ਼ੀ ਦੀ ਗੱਲ ਮੈਨੂੰ ਇਹ ਹੈ ਕਿ ਮੈਨੂੰ ਕਰੀਬ 2.5 ਸਾਲ ਹੋ ਗਏ ਐਸ DGP ਜੋ ਮੈਂ ਦੇਖ ਰਿਹਾ, ਤੇ ਆਪਣੇ ਬੱਚੇ, ਆਪਣਾ ਜਿਹੜਾ ਯੂਥ ਹੈ ਉਹ ਉਹਨਾਂ ਦੀ ਜਿਹੜੀਆਂ ਹੁਣ ਸਿਆਣਾ ਹੋ ਗਿਆ, ਸਿਆਣਾ ਹੈ, ਕੋਸ਼ਿਸ਼ਾਂ ਉਹਨਾਂ ਦੀਆਂ ਉਹ ਨਹੀਂ ਚਾਹੁੰਦੇ ਕਿ ਇੱਥੇ ਉਹ ਚੀਜ਼ ਹੋਵੇ। ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਭੁਗਤਿਆ, ਸੋ ਇਹ ਖੁਸ਼ੀ ਦੀ ਗੱਲ ਹੈਗੀ ਹੈ। ਔਰ ਸਾਡਾ ਵੀ ਕੋਸ਼ਿਸ਼ਾਂ ਇਹ ਹੈ ਕਿ ਉਹਨਾਂ ਨੂੰ ਆਪਾਂ ਕਿਸੇ ਤਰ੍ਹਾਂ ਆਪਣਾ ਸਰਮਾਇਆ ਜਿਹੜਾ ਆਪਣਾ ਯੂਥ ਹੈ ਉਹਨੂੰ ਬਚਾ ਕੇ ਰੱਖੀਏ। ਉਹਨਾਂ ਦੀ ਤਾਕਤਾਂ ਨੂੰ ਕੋਸ਼ਿਸ਼ ਹੈ ਕਿ ਉਹਨਾਂ ਨੂੰ ਇੱਕ ਪਾਥ ਆਫ ਵਾਇਲੈਂਸ ਵੱਲ ਧਕੇਲਿਆ ਜਾਵੇ, ਉਹਨਾਂ ਨੂੰ ਇੱਕ ਪਾਸੇ ਉਹ ਕੀਤਾ ਜਾਵੇ, ਉਸ ਤੋਂ ਬਚਾ ਕੇ ਰੱਖਣਾ ਹੈ। ਤੇ ਆਪਾਂ ਆਪਣੀ ਤਾਕਤ ਵਧਾਉਣੀ ਹੈ ਤਾਂ ਕਿ ਜਿਹੜੀਆਂ ਇਹ ਕੋਸ਼ਿਸ਼ਾਂ ਹੈ ਇਹ ਹੁੰਦੀਆਂ ਰਹਿਣੀਆਂ। ਕਿਉਂਕਿ ਆਪਣਾ ਜਿਹੜਾ ਨੇਬਰਹੁੱਡ ਹੈ ਇਹ ਇੱਕ ਬਹੁਤ ਡਿਸਟਰਬਡ ਨੇਬਰਹੁੱਡ ਹੈ। ਸੋ ਇਹ ਛੇਤੀ ਮੈਨੂੰ ਨਹੀਂ ਲੱਗਦਾ ਕਿ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਹੋਰ ਜ਼ਿਆਦਾ ਡਿਸਟਰਬ ਹੋ ਰਿਹਾ। ਸੋ ਡੈਮੋਕ੍ਰੇਸੀਜ਼, ਆਪਾਂ ਕਾਫੀ ਵੱਡਾ ਮੁਲਕ ਹੈ, ਆਪਣਾ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ, ਸੋ ਆਪਾਂ ਚਾਰੋਂ ਤਰਫ ਘਿਰੇ ਹੋਏ ਹੈ। ਬਿਲਕੁਲ। ਹੁਣ ਸਰ ਅਸੀਂ ਥੋੜ੍ਹਾ ਪੰਜਾਬ ਵੱਲ ਆਉਂਦੇ ਹਾਂ। ਪੰਜਾਬ 'ਚ ਕੁਝ ਮਹੀਨਿਆਂ 'ਚ ਚੋਣਾਂ ਹੋਣੀਆਂ, ਉਹਦੇ ਕਰਕੇ ਵੀ ਪੰਜਾਬ 'ਚ ਰਾਜਨੀਤਿਕ ਸਰਗਰਮੀਆਂ ਵੀ ਵਧਣਗੀਆਂ।
ਅਮਨ ਕਾਨੂੰਨ ਦੀਆਂ ਚੁਣੌਤੀਆਂ ਵੀ ਵਧਣਗੀਆਂ, ਕਰੋਨਾ ਮਹਾਮਾਰੀ ਵੀ ਮੁੜ ਕੇ ਫਿਰ ਵੱਧਦੀ ਨਜ਼ਰ ਆ ਰਹੀ ਹੈ। ਇਹਦੇ 'ਚ ਤੁਹਾਡੀਆਂ ਸਾਡਿਆਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਵੱਧਦੀਆਂ ਨਜ਼ਰ ਆ ਰਹੀਆਂ। ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਮੋਹਾਲੀ 'ਚ ਇੱਕ ਅਕਾਲੀ ਲੀਡਰ 'ਤੇ ਜਾਨਲੇਵਾ ਹਮਲਾ ਹੋਇਆ, ਉਹਦੇ 'ਚ ਉਹਨਾਂ ਦੀ ਮੌਤ ਹੋ ਗਈ ਹੈ। ਇਸ ਸੰਦਰਭ 'ਚ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਪੰਜਾਬ 'ਚ ਇਸ ਵੇਲੇ ਕਿਸ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਦਰਪੇਸ਼ ਹੈ? ਦੇਖੋ, ਸਭ ਤੋਂ ਵੱਡੀ ਚੁਣੌਤੀ ਤਾਂ ਸਾਨੂੰ ਵੱਖਵਾਦ, ਅੱਤਵਾਦ ਵਾਲਾ ਜਿਹੜੀਆਂ ਜਿਹਦਾ ਆਪਾਂ ਜ਼ਿਕਰ ਕੀਤਾ ਉਹ ਚੀਜ਼ਾਂ ਹੈਗੀਆਂ। ਬਾਕੀ ਇੱਥੇ ਇੱਕ ਗੈਂਗਸਟਰ ਕਲਚਰ ਜਿਹੜਾ ਪਨਪਿਆ ਸੀਗਾ ਪਿਛਲੇ 15-18 ਸਾਲਾਂ ਦੇ ਵਿੱਚ, ਪਹਿਲਾਂ ਨਹੀਂ ਇੰਨਾ ਇਸ ਲੈਵਲ ਦਾ ਨਹੀਂ ਹੁੰਦਾ ਸੀਗਾ। ਅਸੀਂ ਵੀ ਜ਼ਿਲ੍ਹਿਆਂ 'ਚ ਜਦੋਂ ਰਹੇ, ਇਹ ਪਿਛਲੇ ਕਰੀਬ 10-15 ਸਾਲ ਦੇ ਵਿੱਚ ਇਹ ਚੀਜ਼ ਹੋਈ ਤੇ ਇਸ ਤੇ ਇੱਕ ਬਹੁਤ ਵੱਡੀ ਇਨਸਿਕਿਉਰਿਟੀ ਲੋਕਾਂ ਨੂੰ ਮਹਿਸੂਸ ਹੋਣ ਲੱਗ ਗਈ ਸੀ। ਪਿਛਲੇ 4-5 ਸਾਲ ਪਹਿਲਾਂ ਅਸੀਂ ਲਿਸਟਿੰਗ ਕੀਤੀ, ਕਰੀਬ 31 ਏ ਕੈਟੇਗਰੀ ਗੈਂਗਸਟਰਸ ਦੀ ਲਿਸਟਿੰਗ ਕੀਤੀ ਗਈ। ਉਹਦੇ ਵਿੱਚੋਂ ਸਾਡੇ ਇੱਕ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੀ ਪੰਜਾਬ ਵਿੱਚ ਬਣਾਇਆ ਗਿਆ, ਉਹਨਾਂ ਨੂੰ ਕਾਫੀ ਕਾਮਯਾਬੀਆਂ ਮਿਲੀਆਂ ਤੇ ਕਰੀਬ 31 ਦੇ ਵਿੱਚੋਂ ਮੈਂ ਦੱਸਣਾ ਚਾਹੂੰਗਾ ਕਰੀਬ 20 ਜਿਹੜੇ ਉਹ ਗੈਂਗਸਟਰ ਸਨ, ਇਹ ਆਪਣੇ ਆਪ ਨੂੰ ਗੈਂਗਸਟਰ ਇੱਕ ਰਿਸਪੈਕਟੇਬਿਲਿਟੀ ਦਾ ਵਰਡ ਉਹਨੂੰ ਮਤਲਬ ਕਲਟ ਜਿਹਾ ਬਣਾਉਂਦੇ ਆ ਸੋਸ਼ਲ ਮੀਡੀਆ ਤੇ, ਉਹ ਕਰਕੇ ਹੈਗੇ ਇਹ ਕ੍ਰਿਮੀਨਲ, ਮਤਲਬ ਦੇ ਆਰ ਨਾਟ ਗੁੱਡ ਪੀਪਲ, ਕੋਈ ਚੰਗੇ ਬੰਦੇ ਨਹੀਂ। ਗੈਂਗਸਟਰ ਗੁੱਡ ਪੀਪਲ ਤਾਂ ਹੋਏ ਨਹੀਂ। ਹਾਂ, ਮਤਲਬ ਸਭ ਤੋਂ ਨਹੀਂ ਉਹ ਆਪਣੇ ਗੈਂਗਸਟਰ ਵੀ ਰੱਖਣ, ਪਰ ਉਹ ਪ੍ਰੋਜੈਕਟ ਆਪਣੇ ਆਪ ਨੂੰ ਐਵੇਂ ਕਿ ਜਿਵੇਂ ਰੋਬਿਨ ਹੁੱਡ ਟਾਈਪ ਜੀ ਆਪਣੇ ਆਪ ਨੂੰ ਉਹ ਇਮੇਜ ਜੀ ਦੇਣਾ ਚਾਹੁੰਦੇ ਹੈਗੇ ਆ। ਸੋ ਦੇ ਆਰ ਬੇਸਿਕਲੀ ਕ੍ਰਿਮੀਨਲਸ। ਉਹਨਾਂ ਨੂੰ ਕਰੀਬ 20-31 ਦੇ ਵਿੱਚੋਂ 20 ਨੂੰ ਅਰੈਸਟ ਕਰਕੇ ਵੱਖਰੇ ਜੇਲ੍ਹਾਂ ਵਿੱਚ ਹੈਗੇ ਆ। 7 ਦੀਆਂ ਅਲੱਗ-ਅਲੱਗ ਮੁੱਠ ਭੇੜਾਂ ਹੋਈਆਂ, ਕੋਈ ਕਲਕੱਤੇ ਹੋਈ, ਕੋਈ ਹਰਿਆਣੇ 'ਚ ਹੋਈ, ਕਿਤੇ ਉਹਨਾਂ ਦੀਆਂ ਮੌਤਾਂ ਹੋ ਗਈਆਂ। ਕਰੀਬ 4 ਗੈਂਗਸਟਰ ਜਿਹੜੇ ਹੈਗੇ ਆ ਉਹ ਬਾਹਰ ਹੈਗੇ ਆ। ਇੱਕ ਅੱਧੇ ਦਾ ਸਾਨੂੰ ਪਤਾ ਲੱਗਦਾ ਕਿ ਪਾਕਿਸਤਾਨ 'ਚ ਹੈ, 2 ਦਾ ਕਦੇ ਖਬਰ ਆਉਂਦੀ ਹੈ। ਸੋ ਉਹਨਾਂ ਨੂੰ ਵੀ ਹੁਣ ਸ਼ਕਤੀਆਂ ਜਿਹੜੀਆਂ ਬਾਹਰ ਬੈਠੀਆਂ ਉਹ ਕੋਸ਼ਿਸ਼ ਕਰ ਰਹੀਆਂ ਕਿ ਉਹਨਾਂ ਦਾ ਜਿਹੜਾ ਨੈਟਵਰਕ ਹੈ, ਇਨਫਰਾਸਟ੍ਰਕਚਰ ਹੈ, ਉਹਨੂੰ ਡਰੱਗ ਸਮਗਲਿੰਗ ਲਈ ਵਰਤਿਆ ਜਾ ਵੀ ਰਿਹਾ ਹੈ। ਉਹਨੂੰ ਟੈਰਰਿਸਟ ਐਕਟੀਵਿਟੀ, ਮਿਲੀਟੈਂਟ ਐਕਟੀਵਿਟੀ ਲਈ ਵੀ ਵਰਤਿਆ ਜਾਵੇ। ਇਹ ਵੀ ਵਿਚ ਇਜ਼ ਅ ਮੈਟਰ ਆਫ ਕੰਸਰਨ। ਜਿਹੜੀ ਇਹਨਾਂ ਦੇ ਲਿੰਕੇजेस ਹੈ, ਇਹਨਾਂ ਦਾ ਨੈਟਵਰਕ ਐਸਟੈਬਲਿਸ਼ ਹੋ ਰਿਹਾ। ਪਾਕਿਸਤਾਨ ਪਹਿਲਾਂ ਵੀ ਜਿਹੜਾ ਸਮਗਲਰਾਂ ਨੂੰ ਜਿਹੜਾ ਟੈਰਰਿਜ਼ਮ ਲਈ ਵਰਤਦਾ ਰਿਹਾ। ਜੀ। ਸੋ ਕੁਝ ਯੂਰਪੀਅਨ ਕੰਟਰੀਆਂ ਚਲੇ ਗਏ, ਉਹਦੇ ਵਿੱਚ ਵੀ ਸਾਡਾ ਤਾਲਮੇਲ ਸੈਂਟਰਲ ਏਜੰਸੀਆਂ ਦੇ ਨਾਲ ਕਾਫੀ ਚੰਗਾ ਹੈ ਔਰ ਪਿਛਲੇ ਕਾਫੀ ਉਪਲਬਧੀਆਂ ਹੋਈਆਂ। ਅਸੀਂ ਸੁਖਪ੍ਰੀਤ ਬੁੱਢਾ ਨੂੰ ਆਰਮੀਨੀਆ ਤੋਂ ਇੱਥੇ ਡਿਪੋਰਟ ਕਰਾਉਣ ਵਿੱਚ ਕਾਮਯਾਬ ਹੋਏ। ਸੁਖ ਭਿਖਾਰੀਵਾਲ ਨੂੰ ਯੂਨਾਈਟਿਡ ਅਰਬ ਐਮੀਰੇਟਸ ਤੋਂ ਉੱਧਰੋਂ ਲੈ ਕੇ ਆਂਦਾ ਗਿਆ। ਇਹ ਜਿਹੜਾ ਇਹਦੇ ਵਿੱਚ ਵੀ ਨਾਮ ਇੱਕ ਆ ਰਿਹਾ ਪਟਿਆਲ ਦਾ, ਸੋ ਉਹ ਵੀ ਉੱਥੇ ਬੈਠਾ ਆਰਮੀਨੀਆ 'ਚ, ਸੁਖਪ੍ਰੀਤ ਬੁੱਢੇ ਨਾਲ ਸੀ, ਉਹਨੂੰ ਵੀ ਵਾਪਸ ਲਿਆਉਣ ਦੀ ਗੱਲ ਸੀ ਤੇ ਕੁਝ ਉੱਥੇ ਲਾਅ ਦੀ ਦੁਰਵਰਤੋਂ ਕਰਕੇ ਉੱਥੇ ਬੈਠਣ 'ਚ ਕਾਮਯਾਬ ਹੈਗੇ ਆ। ਇੱਕ ਅਨਫੋਰਚੂਨੇਟ ਕਲਟ ਹੈ ਇਹਨਾਂ ਦੀ, ਗੈਂਗ ਵਾਰਸ ਜਿਹੜੀਆਂ ਹੈ ਇਹਨਾਂ ਦਾ ਆਪਸ 'ਚ ਬਹੁਤ ਖਹਿਬਾਜੀ ਹੈਗੀ ਹੈ ਇਹ ਗਰੁੱਪਾਂ ਦੀ। ਉਹੀ ਕੰਟਰੋਲ ਕਰਨ ਲਈ ਇੱਕ ਮਤਲਬ ਇਲਾਕੇ ਤੇ ਦਬਦਬਾ ਕਾਇਮ ਕਰਨ ਲਈ ਪੈਸੇ ਦਾ, ਦੂਸਰੀ ਚੀਜ਼ਾਂ ਦਾ ਜਿਹੜਾ ਹੈਗਾ। ਸੋ ਕੁਝ ਬੰਦੇ ਕੈਨੇਡਾ 'ਚ ਬੈਠੇ ਆ, ਸਰੀ ਵੈਂਕੂਵਰ 'ਚ ਬੈਠੇ ਆ, ਕੋਈ ਉੱਥੇ ਪਿੱਛੇ ਅਸੀਂ ਰਿੰਕੂ ਬੀਲਾ, ਅਰਸ਼ਦੀਪ ਢਾਲਾ, ਪਿੱਛੇ ਕੁਝ ਸਾਡੇ ਕ੍ਰਾਈਮ ਹੋਏ, ਕੁਝ ਮੋਗੇ 'ਚ ਹੋਇਆ, ਕੁਝ ਬਠਿੰਡੇ ਵਿੱਚ ਹੋਇਆ, ਉਹ ਬੰਦੇ ਫੜੇ ਗਏ ਤੇ ਕੁਝ ਬੰਦੇ ਬਾਹਰੋਂ ਲਿਆਉਣ ਵਾਲੇ ਹੈਗੇ ਆ। ਸੋ ਇਹ ਅਨਫੋਰਚੂਨੇਟ ਹੈ ਕਿ ਉੱਥੇ ਬਹਿ ਕੇ ਦੂਸਰੇ ਮੁਲਕਾਂ 'ਚ ਜਾ ਕੇ ਵੀ ਇੱਥੇ ਉਹ ਕੋਈ ਸੁਪਾਰੀ ਕਿਲਿੰਗ, ਕੋਈ ਦੂਸਰਾ ਗੈਂਗ ਵਾਰ ਵਗੈਰਾ, ਇਹ ਕਈ ਸਟੇਟਾਂ ਦੇ ਵਿੱਚ ਸਾਡੇ ਪੰਜਾਬ ਦੇ ਆਲੇ ਦੁਆਲੇ, ਹਰਿਆਣਾ, ਰਾਜਸਥਾਨ, ਇਹ ਜਿਹੜੇ ਗੈਂਗਸਟਰਸ ਹੈ ਇਹਨਾਂ ਦਾ ਨੈਟਵਰਕ, ਦਿੱਲੀ, ਯੂਪੀ। ਸੋ ਇਹ ਇੱਕ ਕ੍ਰਿਮੀਨਲ ਇਨਫਰਾਸਟ੍ਰਕਚਰ, ਕ੍ਰਿਮੀਨਲ ਨੈਟਵਰਕ ਵਗੈਰਾ ਹੈ। ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ, ਮਤਲਬ ਉਹ ਚੱਲੀ ਜਾਂਦਾ ਹੈ ਇਹ ਜਿਹੜਾ ਹੈਗਾ। ਸੋ ਇਹਨਾਂ ਦੀਆਂ ਆਪਸ 'ਚ ਜਿਹੜੇ ਕਈ ਤਰ੍ਹਾਂ ਦੇ ਪ੍ਰੋਬਲਮਸ ਹਨ। ਇਹ ਸਾਡੇ ਲਈ ਇੱਕ ਵੱਡੀ ਸੁਰੱਖਿਆ ਚੁਣੌਤੀ ਰਹੇਗੀ ਜੀ। ਇਹਦਾ ਕਾਰਨ ਕੀ ਹੈ ਕਿ ਪੰਜਾਬ 'ਚ ਰੁਝਾਨ ਸ਼ੁਰੂ ਕਿਉਂ ਹੋ ਗਿਆ? ਕੀ ਸਾਡੇ ਇੱਥੇ ਬੇਰੁਜ਼ਗਾਰੀ ਜ਼ਿਆਦਾ ਹੈ, ਜਾਂ ਸਾਡੇ ਜਿਹੜਾ ਕੋਈ ਨਸ਼ਿਆਂ ਦੇ ਕਾਰੋਬਾਰ ਇੱਥੇ ਆ, ਜਾਂ ਅੰਤਰਰਾਸ਼ਟਰੀ ਦਖਲਅੰਦਾਜ਼ੀ ਹੈ ਜਿਹਦੀ ਤੁਸੀਂ ਚਰਚਾ ਵੀ ਕਰ ਚੁੱਕੇ ਹਾਂ? ਇਹਦਾ ਕੀ ਕਾਰਨ ਕੀ ਹੈ ਜਿਹੜਾ ਪਿਛਲੇ ਕੋਈ 10-20 ਸਾਲਾਂ 'ਚ ਇਹ ਰੁਝਾਨ ਉੱਭਰਿਆ? ਮੇਰਾ ਖਿਆਲ ਹੈ ਜਿਹੜੀਆਂ ਡਿਵੈਲਪਮੈਂਟਸ ਹੈ ਨਾ ਜੀ, ਸੋਸ਼ਲ ਮੀਡੀਆ, ਟੈਕਨੋਲੋਜੀ, ਆਨਲਾਈਨ ਜਿਹੜਾ ਸਾਈਬਰ ਵਰਲਡ ਜਿਹੜੀ ਹੈ, ਮਤਲਬ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸ ਕਾਰਨ ਇਹ ਹੋਇਆ। ਲੇਕਿਨ ਇੱਕ ਸਮਾਜ ਜਿਵੇਂ ਸੁਸਾਇਟੀ ਡਿਵੈਲਪ ਕਰਦੀ ਹੈ ਇਹ ਜਿਹੀਆਂ ਚੀਜ਼ਾਂ, ਔਰ ਐਕਚੁਅਲੀ ਹਰਿਆਣਾ ਵਗੈਰਾ ਬਹੁਤ ਜ਼ਿਆਦਾ ਹੈ, ਆਪਣੇ ਤੋਂ ਕਿਤੇ ਜ਼ਿਆਦਾ ਉਧਰ ਗੈਂਗਸਟਰ ਕਲਟ ਹੈ। ਆ ਜਿਹੜੇ ਹੁਣ ਇਹ ਵਾਰਦਾਤ ਵੀ ਹੋਈ ਜਿਹੜੀ ਮੋਹਾਲੀ ਵਾਲੀ, ਇੱਕ ਪਹਿਲਾਂ ਇਹ ਰਾਜਾ ਕੰਦੋਵਾਲੀਆ ਵਾਲੀ ਅੰਮ੍ਰਿਤਸਰ ਦੇ ਵਿੱਚ ਹੋਈ, ਇਹਦੇ ਵਿੱਚ ਵੀ ਬੰਦੇ
ਕੁਝ ਅੰਮ੍ਰਿਤਸਰ ਵਾਲੇ ਮੈਂ ਅੰਮ੍ਰਿਤਸਰ ਤੋਂ ਹੀ ਅੱਜ ਆ ਰਿਹਾ ਉਹਨਾਂ ਨੇ ਫੜ ਲਏ ਹੋਏ ਆ। ਕੁਝ ਰਾਜਸਥਾਨ ਦੇ 2 ਬੰਦੇ ਮੈਨੂੰ ਕੱਲ CP ਅੰਮ੍ਰਿਤਸਰ ਦੱਸ ਰਹੇ ਸਨ। ਇਹਦੇ ਵਿੱਚ ਵੀ ਬੰਦੇ ਜਿਹੜੇ ਆਇਡੈਂਟੀਫਾਈ ਹੋਏ ਆ ਮੋਹਾਲੀ ਦੇ। ਸੋ ਅਸੀਂ ਉਹਨਾਂ ਨਾਲ ਵੀ ਤਾਲਮੇਲ ਰੱਖਦੇ ਹਾਂ। ਉੱਥੇ ਵੀ ਸਪੈਸ਼ਲ ਟਾਸਕ ਫੋਰਸਿਸ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ ਰਾਜਸਥਾਨ ਦੇ ਵਿੱਚ। ਹਰਿਆਣੇ ਨਾਲ ਵੀ ਪਿੱਛੇ ਅਸੀਂ ਮੀਟਿੰਗ ਕੀਤੀ ਸੀ। ਕਈ ਮਤਲਬ 700-800 ਇਹ ਗੈਂਗਸਟਰ ਡਿਫਰੈਂਟ ਲੈਵਲਸ ਦੇ ਡਿਫਰੈਂਟ ਕੈਟਾਗਰੀਜ਼ ਦੇ ਗੈਂਗਸਟਰਸ ਹੈਗੇ ਉਹ ਫਿਰ ਇੱਕ ਦੂਜੇ ਦੀ ਮਦਦ ਕਰਦੇ ਵਾਰਦਾਤ ਕਰਕੇ ਇੱਕ ਤੋਂ ਦੂਜੇ ਰਾਜ ਜੀ ਜੇਲ੍ਹਾਂ ਦੇ ਵਿੱਚ ਇਹਨਾਂ ਦੀ ਹੋਰ ਨੈਟਵਰਕਿੰਗ ਹੋ ਜਾਂਦੀ ਹੈ। ਸੋ ਕਾਫੀ ਵੱਡਾ ਇੱਕ ਕ੍ਰਿਮੀਨਲ ਸਿੰਡੀਕੇਟ ਨੈਟਵਰਕ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਉਹ ਹੈ। ਅੱਛਾ ਸਰ, ਉਹਨੇ ਜਿਹੜੀ ਪੰਜਾਬ 'ਚ ਜਿਹੜੇ ਨਸ਼ਿਆਂ ਦੀ ਤਸਕਰੀ ਦਾ ਕੀ ਪੱਧਰ ਹੈ ਕਿ ਪਹਿਲਾਂ ਤੋਂ ਘਟੀ ਆ, ਕੁਝ ਕਾਬੂ ਪਿਆ ਇਹਦੇ ਤੇ, ਜਾਂ ਹਜੇ ਵੀ ਇਹ ਵੱਡੀ ਪੱਧਰ ਤੇ ਚੱਲ ਰਹੀ ਹੈ? ਜਿਸ ਤਰ੍ਹਾਂ ਆਮ ਤੌਰ ਤੇ ਕਾਫੀ ਨਸ਼ੇ ਜਿਹੜੇ ਫੜੇ ਵੀ ਜਾ ਰਹੇ ਆ, ਪਰ ਫਿਰ ਵੀ ਜਿਹੜੇ ਪਿੰਡਾਂ ਤੋਂ ਛੋਟੇ ਕਸਬਿਆਂ ਤੋਂ ਰਿਪੋਰਟਾਂ ਇਸ ਤਰ੍ਹਾਂ ਦੀਆਂ ਮਿਲਦੀਆਂ ਕਿ ਅਜੇ ਵੀ ਵੱਡੀ ਪੱਧਰ ਤੇ ਨਸ਼ੇ ਵਿਕ ਰਹੇ ਆ। ਮਾਨਕ ਸਾਹਿਬ, ਇਹਦੇ ਵਿੱਚ ਸਪਲਾਈ ਸਾਈਡ ਤੇ ਮਤਲਬ ਪੁਲਿਸ ਦਾ ਜਿਹੜਾ ਮੇਜਰ ਰੋਲ ਹੈ ਉਹ ਤਾਂ ਉਹਦੀ ਸਪਲਾਈ ਨੂੰ ਰੋਕਣਾ ਹੈ, ਬੰਦਿਆਂ ਨੂੰ ਫੜਨਾ ਹੈ, ਜੇਲ੍ਹਾਂ ਵਿੱਚ ਬੰਦ ਕਰਨਾ ਹੈ ਤਾਂ ਕਿ ਉਹ ਚੀਜ਼ ਘਟੇ। ਅਸਲ 'ਚ ਬੰਪਰ ਕ੍ਰੌਪਸ ਹੋਏ ਹੈ ਅਫਗਾਨਿਸਤਾਨ ਵਗੈਰਾ 'ਚ ਪਿਛਲੇ ਸਾਲਾਂ ਦੇ ਵਿੱਚ। ਦੂਸਰਾ ਅੱਗੇ ਡਰੋਨ ਟੈਕਨੋਲੋਜੀ ਆ ਗਈ, ਸੋ ਸਪਲਾਈ ਬਹੁਤ ਵਧੀਆ। ਸੋ ਸਪਲਾਈ ਵਧਣ ਕਰਕੇ ਜਿੱਥੇ ਤੱਕ ਸਪਲਾਈ ਤੇ ਕੰਟਰੋਲ ਸੀ ਉਹ ਕੰਟਰੋਲ ਕਾਫੀ ਹੱਦ ਤੱਕ ਕੀਤਾ ਗਿਆ। ਕਾਫੀ ਰਿਕਵਰੀਆਂ ਹੋਈਆਂ, ਤੁਸੀਂ ਵੀ ਜ਼ਿਕਰ ਕੀਤਾ। ਅਸੀਂ ਜਾ ਕੇ ਹੈਰੋਇਨ ਦੀ ਫੈਕਟਰੀ ਪਿੱਛੇ ਨੇਬ ਸਰਾਈ ਦਿੱਲੀ ਵਿੱਚ ਲੱਗੀ ਹੋਈ ਸੀ। ਪਹਿਲਾਂ ਅਸੀਂ ਰਾਮਪੁਰ ਕੋਲੇ ਇੱਕ ਇਮਤਿਆਜ਼ ਅਲੀ ਸੀ, 16-17 ਕਿਲੀ ਹੈਰੋਇਨ ਅਸੀਂ ਉੱਥੋਂ ਫੜੀ। ਫਿਰ ਉਹਦੇ ਬਾਅਦ ਉਹ ਪਿੱਛੇ ਫੋਲੋ ਅਪ ਕਰਦੇ ਇੱਕ ਛੋਟਾ ਜਿਹਾ ਰਿਕਵਰੀ ਹੋਈ ਸੀ ਹੁਸ਼ਿਆਰਪੁਰ ਤੋਂ। ਉਹਦੇ ਮਗਰ ਚੱਲਦੇ ਅਸੀਂ ਉੱਥੇ ਇੱਕ ਫੈਕਟਰੀ ਹੈਰੋਇਨ ਦੀ ਜਿਸ 'ਚ 4 ਅਫਗਾਨੀ ਨੈਸ਼ਨਲ ਵੀ ਫੜੇ ਗਏ। ਪਹਿਲਾਂ ਇੱਕ ਫੈਕਟਰੀ ਇੱਥੇ ਲੱਗਣ ਜਾ ਰਹੀ ਸੀ, ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਪਿਛਲੇ ਸਾਲ। ਪੰਜਾਬ 'ਚ ਸ਼ਰਾਬ ਦੀਆਂ ਵੀ ਬੜੀਆਂ ਫੈਕਟਰੀਆਂ ਫੜੀਆਂ ਗਈਆਂ ਜੀ। ਉਹ ਵੀ ਫੜੀਆਂ ਗਈਆਂ ਜੀ, ਉਹ ਵੀ ਚੱਲ ਰਿਹਾ ਸਾਡੇ। ਅਸੀਂ ਪਟਿਆਲੇ 'ਚ ਫੜੀ, ਰਾਜਪੁਰੇ ਫੜੀ, ਇੱਥੇ ਖੰਨੇ 'ਚ ਫੜੀ, ਜਿੱਥੇ ਆ ਪਿੱਛੇ ਜਲੰਧਰ ਵਿੱਚ ਇੱਕ ਲੱਗ ਰਹੀ ਸੀ, ਉੱਥੋਂ ਸਹਾਰਨਪੁਰ ਤੋਂ ਉਹਦੀ ਮਸ਼ੀਨਰੀ ਲੈ ਕੇ ਆ ਗਏ ਸੀਗੇ ਤੇ ਉਹ ਵੀ ਉੱਥੇ ਫਿਰ ਢੱਕਣ ਫੜੇ ਗਏ, ਬੋਤਲਾਂ ਫੜੀਆਂ ਗਈਆਂ, ਇੱਥੇ ਸ਼ਹਿਰ ਦੇ ਵਿੱਚੋਂ ਵੀ ਫੜੀ ਗਈ। ਸੋ ਕਾਮਯਾਬੀਆਂ ਮਿਲ ਰਹੀਆਂ। ਡਰੱਗ ਦੇ ਉੱਤੇ ਜਿਹੜਾ ਡਿਮਾਂਡ ਸਪਲਾਈ ਜਿਹੜੇ ਅਸਲ 'ਚ ਇੰਨਾ ਐਡਿਕਟਿਵ ਹੈ, ਜਿਹੜਾ ਹੈਰੋਇਨ ਦੀ ਜਿਹੜੀ ਉਹ ਐਡਿਕਸ਼ਨ ਹੈ ਇੰਨੀ ਸਟਰੋਂਗ ਹੈ, ਉਹਦੇ ਵਿੱਚੋਂ ਕੱਢਣੇ ਲੋਕ ਮਤਲਬ ਉਹ ਬਹੁਤ ਇੱਕ ਮੁਸ਼ਕਿਲ ਕੰਮ ਹੈ ਜਿਹੜੇ ਉਹਨਾਂ ਨੂੰ ਲੱਤ ਲੱਗ ਗਈ ਹੈ। ਜਿਹੜਾ ਸਮਾਜ ਨੂੰ, ਸਮਾਜਿਕ ਜਥੇਬੰਦੀਆਂ ਨੂੰ ਤੇ ਸਰਕਾਰ ਦੇ ਜਿਹੜੇ ਸਮਾਜ ਭਲਾਈ ਵਾਲੇ ਵਿਭਾਗ ਹੈ ਉਹ ਉਹਨਾਂ ਦਾ ਕੰਮ ਹੈ, ਉਹ ਲੱਗੇ ਹੋਏ ਆ ਜੀ। ਬਟ ਉਹਨਾਂ ਨੂੰ ਕੱਢਣਾ ਉਹ ਇੱਕ ਬਹੁਤ ਵੱਡੀ ਬਹੁਤ ਮੁਸ਼ਕਿਲ ਚੀਜ਼ ਹੈਗੀ ਹੈ। ਕੋਸ਼ਿਸ਼ ਇਹ ਵੀ ਹੈ ਕਿ ਅੱਗੇ ਤੋਂ ਜਿਹੜੇ ਆਪਣੇ ਬੱਚੇ ਆ ਉਹ ਇਸ ਕੰਮ ਦੇ ਵਿੱਚ ਨਾ ਲੱਗਣ। ਸੋ ਕਾਫੀ ਠੱਲ ਪਈ ਹੈ, ਕਾਫੀ ਕੰਟੇਨ ਹੋਇਆ, ਕਾਫੀ ਠੱਲ ਪਈ ਹੈ। ਤੁਸੀਂ ਹੁਣ ਉਹ ਜਿਹੀਆਂ ਖਬਰਾਂ ਤੁਹਾਡੇ ਨੋਟਿਸ 'ਚ ਨਹੀਂ ਆਉਂਦੀਆਂ ਕਿ ਜੀ ਇੱਥੇ ਮੌਤ ਹੋ ਗਈ, ਡਰੱਗ ਓਵਰਡੋਜ਼ ਡੈਥ ਹੋ ਗਈ। ਦੂਸਰੇ ਮਤਲਬ ਆંકੜੇ ਬਹੁਤ ਘਟੇ ਆ। ਪਿਛਲੇ ਸਾਲ ਅਸੀਂ ਕਰੀਬ 700 ਕਿਲੋ ਹੈਰੋਇਨ ਫੜੀ ਗਈ, ਜਿਹੜਾ ਮਤਲਬ ਆਲ ਟਾਈਮ ਰਿਕਾਰਡ ਹੈ। ਪਿਛਲੇ ਕਦੇ ਇੰਨਾ ਉਹ ਨਹੀਂ ਫੜਿਆ ਗਿਆ। ਸਾਡਾ ਤਾਲਮੇਲ ਨਾਰਕੋਟਿਕ ਕੰਟਰੋਲ ਬਿਊਰੋ ਵਗੈਰਾ ਨਾਲ, ਉਹਨਾਂ ਨਾਲ ਵੀ। ਸੋ ਬਟ ਆਫ ਕੋਰਸ ਆਈ ਵਿਲ ਸੇ ਕਿ ਇੱਕ ਕੰਟੀਨਿਊਸ ਪ੍ਰੋਸੈਸ ਹੈ। ਮਤਲਬ ਜਿਹੜੇ ਵੱਡੇ ਮੁਲਕ ਹੈ ਜਿਨ੍ਹਾਂ ਕੋਲ ਬਿਲੀਅਨਸ ਆਫ ਡਾਲਰਸ ਉਹ ਸਪੈਂਡ ਕਰ ਰਹੇ ਹੈ, ਅਮਰੀਕਾ ਹੈ, ਕੈਨੇਡਾ ਹੈ, ਉੱਥੇ ਵੀ ਮਤਲਬ ਇਹ ਜਿਹੜੀ ਬੈਟਲ ਹੈ ਇਹ ਮਤਲਬ ਇਹ ਚਾਲੂ ਰੱਖਣੀ ਪਏਗੀ। ਔਰ ਬਿਕੋਜ਼ ਅਗੇਨ ਵੀ ਆਰ ਹਿਟ ਬਾਏ ਜਿਓਗ੍ਰਾਫੀ। ਹਾਂਜੀ ਆਪਾਂ ਤਾਂ ਬਿਲਕੁਲ ਬਾਰਡਰ ਤੇ ਬੈਠੇ ਆ, ਨਾਲ ਹੀ ਤਾਂ ਅਫਗਾਨਿਸਤਾਨ ਪੈ ਜਾਂਦਾ ਹੈ। ਅੱਛਾ ਸਰ, ਪਿਛਲੇ ਦਿਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇੱਕ ਪੁਲਿਸ ਬਾਰੇ ਟਿੱਪਣੀ ਕੀਤੀ ਹੈ ਕਿ ਥਾਣਿਆਂ ਦੇ ਵਿੱਚ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਆ ਸੁਰੱਖਿਅਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਆ, ਪਰ ਥਾਣਿਆਂ 'ਚ ਜਿਹੜੀ ਉਹਨੇ ਜਨਰਲ ਕਿਸਮ ਦੀ ਇੱਕ ਟਿੱਪਣੀ ਕੀਤੀ ਹੈ ਕਿ ਉਹ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਹੈਗੇ। ਇਹਦੇ 'ਚ ਪੰਜਾਬ 'ਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਕਿ ਜਿਹੜੀਆਂ 3rd ਡਿਗਰੀ ਜਿਹੜੀ ਆ ਉਹਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਹਿਰਾਸਤ 'ਚ ਮੌਤਾਂ ਵੀ ਹੋ ਜਾਂਦੀਆਂ ਲੋਕਾਂ ਦੀਆਂ। ਇਹ ਕੁਛ ਇੱਦਾਂ ਦੇ ਕੋਈ ਚੌਕਟੇ ਜਾਂ ਲੱਕੜ ਦੇ ਬਣਾਏ ਜਿਹਦੇ 'ਚ ਬੰਦਿਆਂ ਨੂੰ ਫਸਾ ਕੇ ਰੱਖਿਆ ਜਾਂਦਾ, ਢਾਂਚੇ ਇਸ ਤਰ੍ਹਾਂ ਦੇ ਵੀ ਮਿਲੇ ਸੀ ਪੰਜਾਬ 'ਚ। ਇਹਦੇ ਲਈ ਜਿਹੜੀ ਪੁਲਿਸ ਨੂੰ ਜਿਹੜਾ ਉਹਦੇ ਅੰਦਰ ਮਨੁੱਖੀ ਅਧਿਕਾਰਾਂ ਬਾਰੇ ਲੋਕਾਂ ਦੀ ਚੇਤਨਾ ਪੈਦਾ ਕਰਨ ਲਈ, ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਹੇਠਲੀ ਪੱਧਰ ਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਲਈ, ਤੇ ਇਹਦੇ ਬਾਰੇ 'ਚ ਤੁਸੀਂ ਬੜਾ ਤਜਰਬਾ ਤੁਹਾਡਾ ਹੈਗਾ, ਤੁਹਾਡੀ ਆਪਣੀ ਬੜਾ ਚੰਗਾ ਅਕਸ ਰਿਹਾ ਹਮੇਸ਼ਾ। ਇਹ ਜਿਹੜੀਆਂ ਚੀਜ਼ਾਂ ਆ ਇਹਦੇ ਬਾਰੇ ਤੁਹਾਡੀ ਕੀ ਰਾਏ ਆ, ਜਾਂ ਇਹਦੇ ਲਈ ਤੁਸੀਂ ਪੁਲਿਸ ਮੁਖੀ ਦੇ ਤੌਰ ਤੇ ਕੀ ਕਦਮ ਚੁੱਕ ਰਹੇ ਹੋ? ਸਤਮ ਜੀ, ਇਹਦੇ ਜਿਹੜੀ ਹਿਊਮਨ ਰਾਈਟਸ ਹੈ, ਹਿਊਮਨ ਰਾਈਟਸ ਇੱਕ ਬਹੁਤ ਵੱਡਾ ਇਸ਼ੂ ਹੈ। ਔਰ
ਕ੍ਰਿਮੀਨਲ ਐਲੀਮੈਂਟ ਤਾਂ ਤਬਕਾ ਇੱਕ ਸਮਾਜ ਵਿੱਚ ਬੜਾ ਛੋਟਾ ਹੁੰਦਾ ਹੈਗਾ। ਹਾਂਜੀ, ਹਾਂਜੀ। ਬਾਕੀ ਤੇ ਕਰੀਬ 90 97 98% ਲੋਕ ਤਾਂ ਲਾਅ ਅਬਾਈਡਿੰਗ ਹੈਗੇ ਆ, ਕਿਸੇ ਚੰਗੇ ਮਾੜੇ ਕੰਮ 'ਚ ਨਹੀਂ, ਕੋਈ ਦੂਸਰੇ ਉਹਦੇ ਵਿੱਚ ਨਹੀਂ। ਹਾਂਜੀ। ਸੋ ਹਿਊਮਨ ਰਾਈਟਸ ਲਈ ਬੜਾ ਆਪਸ 'ਚ ਆਪਣੇ ਡੈਮੋਕ੍ਰੇਸੀ ਦੇ ਵਿੱਚ ਆਪਣੇ ਬਹੁਤ ਇੱਕ ਐਕਟਿਵ ਜੁਡੀਸ਼ਰੀ ਹੈ, ਐਕਟਿਵ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਹੈ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਮਤਲਬ ਹਰ ਟਾਈਮ ਤੇ ਤੁਸੀਂ ਇੱਕ ਪਬਲਿਕ ਗਲੇਅਰ ਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਪੁਲਿਸ ਹੈਗੀ ਆ। ਸੋ ਇੰਨਾ ਸੌਖਾ ਨਹੀਂ ਹੈ ਕਿ ਕਿ ਕੋਈ ਹਿਊਮਨ ਰਾਈਟਸ ਵਾਇਲੇਸ਼ਨਸ ਹੋਣ, ਕੋਈ ਦੂਸਰਾ ਇਹ ਕੋਈ 3rd ਡਿਗਰੀ ਹੋਵੇ, ਬਹੁਤ ਫਰਕ ਪੈ ਚੁੱਕਾ ਹੈ। ਔਰ ਜਿਹੜੇ ਸਾਡੇ ਯੰਗਸਟਰਸ ਆਏ ਆ, ਕਰੀਬ 20,000 ਲੋਕਾਂ ਨੂੰ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਵਿੱਚ ਭਰਤੀ ਕੀਤਾ ਹੈ। ਔਰ ਦੇਖੋ ਉਹੀ ਸਮਾਜ ਚੋਂ ਬੱਚੇ ਆ ਰਹੇ ਹੈਗੇ ਆ, ਔਰ ਉਹ ਇਵੇਂ ਦਾ ਕੰਮ ਹੁਣ ਨਾ ਕਰਦੇ ਆ ਨਾ ਕੁਛ ਹੈ। ਪੁਲਿਸ ਨੂੰ ਕਾਫੀ ਕੰਮ, ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਆ, ਜਿਵੇਂ ਆਪਾਂ ਹਲੇ 70 ਸਾਲ 75 ਸਾਲ ਆਪਣਾ ਹੁਣ ਵੀ ਆਰ ਅ ਯੰਗ ਨੇਸ਼ਨ। ਹਾਂਜੀ। ਸੋ ਜਿਸ ਕਿਸਮ ਦੀਆਂ ਚੁਣੌਤੀਆਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ, ਸੋ ਇਟ ਇਜ਼ ਨਾਟ ਅ ਈਜ਼ੀ ਥਿੰਗ। ਔਰ ਪੁਲਿਸਿੰਗ ਇੱਕ ਬਹੁਤ ਮੈਸੀ ਚੀਜ਼ ਹੈਗੀ ਹੈ। ਤੁਸੀਂ ਮੌਤਾਂ ਦੀ ਗੱਲ ਕੀਤੀ, ਮੌਤਾਂ ਦੀ ਮੈਂ ਗੱਲ ਕਰਦਾ, ਤੁਸੀਂ ਆਪਾਂ ਡਰੱਗਸ ਦੀ ਗੱਲ ਕੀਤੀ। ਹੁਣ ਕਈ ਬੰਦੇ ਫੜੇ ਜਾਂਦੇ ਹੈ ਜਿਹੜੇ ਡਰੱਗ ਅੱਗੇ ਪੈਡਲਰ ਹੈ, ਡਰੱਗ ਸਪਲਾਇਰ ਹੈ, ਉਹ ਖੁਦ ਵੀ ਡਰੱਗੀ ਹੈਗੇ ਆ, ਡਰੱਗ ਦਾ ਸੇਵਨ ਕਰਦੇ ਹੈਗੇ ਆ। ਉਹਨਾਂ ਨੂੰ ਲੈ ਕੇ ਆਈਦਾ ਹੈ, ਮਤਲਬ ਪੁਲਿਸ ਸਾਡੇ ਅਫਸਰਾਂ ਨੂੰ ਤਾਂ ਥਾਣਿਆਂ ਦੇ ਵਿੱਚ ਇਹ ਫਿਕਰ ਹੁੰਦਾ ਹੈ ਕਿ ਕਿਤੇ ਮੌਤ ਹੀ ਨਾ ਹੋ ਜਾਏ, ਵਿਡਰੋਲ ਸਿੰਪਟਮ ਕਰਕੇ ਕੋਈ ਪਤਾ ਨਹੀਂ ਉਹਨੇ ਕੀ ਟੀਕਾ ਲਾ ਰੱਖਿਆ ਹੈ, ਔਰ ਇਵੇਂ ਦੀਆਂ ਵੀ ਮੌਤਾਂ ਹੁੰਦੀਆਂ। ਇਨਫੈਕਟ ਸਾਡੇ ਲਈ ਤਾਂ ਮਤਲਬ ਇਟ ਇਜ਼ ਅ ਬਿਗ ਐਕਚੁਅਲੀ ਇਸ਼ੂ ਐਂਡ ਅ ਪ੍ਰੋਬਲਮ। ਮਤਲਬ ਸੌਖਾ ਕੰਮ ਨਹੀਂ ਹੈ ਜਿਹੜੀ ਪੁਲਿਸਿੰਗ ਹੈ ਕਰਨੀ, ਸਪੈਸ਼ਲੀ ਜਿਹੜੇ ਥਾਣਾ ਲੈਵਲ ਤੇ। ਮੈਂ ਤਾਂ ਮੁਖੀ ਹੈਗਾ, ਆਈ ਐਮ ਦ DGP, ਬਟ ਐਟ ਲੋਅਰ ਲੈਵਲਸ, ਐਟ ਸਾਡੇ ਜਿਹੜੇ ਮੁੰਡੇ ਹੈਗੇ ਆ, ਬਹੁਤ ਮਤਲਬ ਡਿਫਿਕਲਟ ਵਰਕਿੰਗ ਕੰਡੀਸ਼ਨਸ ਹੈ, ਲਿਵਿੰਗ ਕੰਡੀਸ਼ਨਸ। ਮੇਰੇ ਕਹਿਣ ਦਾ ਮਕਸਦ ਹੈ ਕਿ ਪੁਲਿਸ ਨੂੰ ਥੋੜਾ ਸੰਵੇਦਨਸ਼ੀਲ ਰੱਖਣਾ ਚਾਹੀਦਾ ਅੱਜ ਦੀਆਂ ਸਮੇਂ 'ਚ ਜਿਹੜਾ ਮਨੁੱਖੀ ਅਧਿਕਾਰਾਂ ਬਾਰੇ, ਕਿਉਂਕਿ ਨਹੀਂ ਤਾਂ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਬਣਦੀਆਂ ਤਾਂ ਪੁਲਿਸ ਦਾ ਅਕਸ ਉਹਦਾ ਨਾ ਪ੍ਰਭਾਵਿਤ ਹੁੰਦਾ। ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹਨਾ, ਇਸ ਤਰ੍ਹਾਂ ਦੀਆਂ ਬਹੁਤ ਖਬਰਾਂ ਆਉਂਦੀਆਂ ਜਿਹੜੀਆਂ ਕਿ ਬਹੁਤ ਹੀ ਜਿਹੜੀਆਂ ਮਾੜੀ ਕਿਸਮ ਦੀਆਂ, ਕਿਤੇ ਕੋਈ ਪੁਲਿਸ ਅਧਿਕਾਰੀ ਆ ਕਿਤੇ ਰੇਹੜੀ ਤੋਂ ਕੋਈ ਆਂਡੇ ਚੁੱਕੀ ਜਾਂਦਾ, ਕੋਈ ਕਿਸੇ ਤੋਂ ਕੋਈ ਜਬਰੀ ਕਿਸੇ ਤੋਂ ਮੁਰਗਾ ਮੰਗਵਾਈ ਜਾਂਦਾ, ਜਾਂ ਕੋਈ ਇੱਦਾਂ ਕੋਈ ਚੀਜ਼ ਵੇਚਣ ਡਿਆ, ਕੋਈ ਜਬਰੀ ਉਹਦੇ ਕੋਈ ਕੇਲੇ ਚੱਕ ਕੇ ਲੈ ਜਾਂਦਾ। ਇੱਦਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਵੀਡੀਓਜ਼ ਬਹੁਤ ਆਉਣੀਆਂ ਹੈਗੀਆਂ। ਇਹ ਕਿਉਂਕਿ ਅੱਜ ਕੱਲ੍ਹ ਕੋਈ, ਮੇਰਾ ਖਿਆਲ ਹੈ ਕਿ ਪੁਲਿਸ ਵਾਲਿਆਂ ਦੀਆਂ ਤਨਖਾਹਾਂ ਇੰਨੀਆਂ ਘੱਟ ਨਹੀਂ ਹੈ ਕਿ ਉਹਨਾਂ ਨੂੰ ਮੁਫਤ ਦੀਆਂ ਫਲ ਜਾਂ ਸਬਜ਼ੀਆਂ ਚੁੱਕਣੀਆਂ ਪੈਣ ਜਾਂ ਇੱਦਾਂ ਦੇ ਕੰਮ ਕੀਤੇ ਜਾਣ। ਇਹ ਤਾਂ ਮੈਂ ਤੁਹਾਡੇ ਕੋਲੋਂ ਮੰਗ ਹੀ ਕਰੂੰਗਾ ਕਿ ਇਹ ਸਾਰਾ ਪੁਲਿਸ ਦੇ ਅੰਦਰ ਇਸ ਤਰ੍ਹਾਂ ਦੀ ਚੇਤਨਾ ਪੈਦਾ ਕਰੋ ਕਿ ਇੱਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨਾ ਕਰਨ, ਕਿਉਂਕਿ ਸੋਸ਼ਲ ਮੀਡੀਆ ਪਤਾ ਨਹੀਂ ਕੌਣ ਕਿਹਦੀ ਵੀਡੀਓ ਬਣਾ ਰਿਹਾ, ਤੇ ਉਹ ਜਿਹੜੇ ਵਰਦੀ ਪਈ ਹੈ, ਉਹ ਚਾਹੇ ਉਹ ਜਿਹੜਾ ਮੁਲਾਜ਼ਮ ਹੈ ਉਹ ਕਿਸ ਰੈਂਕ ਦਾ, ਉਹ ਗੱਲ ਮਹੱਤਵ ਨਹੀਂ ਰੱਖਦੀ, ਉਹ ਅਕਸਰ ਪੂਰੀ ਪੰਜਾਬ ਪੁਲਿਸ ਦਾ ਖਰਾਬ ਹੁੰਦਾ। ਇਹ ਐਬਰੇਸ਼ਨਸ ਹੈਗੀਆਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ, ਇਹ ਬਹੁਤ ਸੋਸ਼ਲ ਮੀਡੀਆ 'ਚ ਚੀਜ਼ਾਂ ਆ ਜਾਂਦੀਆਂ। ਤੁਸੀਂ ਕੇਸ ਇੱਕ ਜਿਹੜਾ ਇੱਥੇ ਠੁੱਡ ਮਾਰ ਰਿਹਾ ਸੀਗਾ ਫਗਵਾੜੇ ਦੇ ਵਿੱਚ, ਜਿਹੜਾ ਉਹ ਨੋਟਿਸ 'ਚ ਆਇਆ, ਇੰਸਪੈਕਟਰ ਸਾਨ ਅਸੀਂ ਸਸਪੈਂਡ ਕੀਤਾ, ਐਕਸ਼ਨ ਲਿੱਤਾ। ਉਹਦੇ ਬਾਅਦ ਇੱਕ ਕੇਸ ਤੁਸੀਂ ਜਿਹੜੇ ਅੰਡਿਆਂ ਵਾਲਾ ਕੇਸ ਦੀ ਗੱਲ ਕੀਤੀ, ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੀ ਕਰੀਬ 90,000 ਤੋਂ ਉੱਪਰ ਪੁਲਿਸ ਮੁਲਾਜ਼ਮ ਹੈਗੇ ਆ, ਕਰੀਬ 80,000 ਪਲੱਸ ਸਾਡੀ ਪੁਲਿਸ ਦੀ ਫੋਰਸ ਹੈ ਪੰਜਾਬ ਪੁਲਿਸ ਦੀ, ਕਰੀਬ 12,000 ਸਾਡੇ ਹੋਮਗਾਰਡ ਹੈਗੇ ਆ, ਉਹ ਵੀ ਵਰਦੀ ਪਾਉਂਦੇ ਆ। ਸੋ ਵਿੱਚ ਚੰਦ ਕੇਸਿਸ ਹੈ ਇਹੋ ਜਿਹੀਆਂ ਐਬਰੇਸ਼ਨਸ ਹੁੰਦੀਆਂ, ਗਲਤੀਆਂ ਕਰਦੇ ਆ, ਬਟ ਵੀ ਹੈਵ ਅ ਜ਼ੀਰੋ ਟੋਲਰੈਂਸ ਪਾਲਿਸੀ। ਠੀਕ ਹੈ, ਜਿੱਥੇ ਜੋ ਗਲਤੀ ਕਰਦਾ ਪਿਆ ਅਸੀਂ ਐਕਸ਼ਨ ਲਈਦਾ, ਤੇ ਉਹਦੇ ਨਾਲ ਇੱਕ ਮੈਸੇਜ ਵੀ ਦੂਸਰਿਆਂ ਨੂੰ ਜਾਂਦਾ ਹੈਗਾ। ਤੇ ਸੋ ਵੀ ਆਰ ਅਡੋਪਟਿੰਗ ਅ ਜ਼ੀਰੋ ਟੋਲਰੈਂਸ ਪਾਲਿਸੀ, ਚਾਹੇ ਇਹ ਹੈ ਜਿੱਥੇ ਜੋ ਕੋਈ ਗਲਤੀ ਕਰ ਰਿਹਾ। ਸੋ ਵੀ ਆਈ ਰਿਅਲਾਈਜ਼ ਕਿ ਵੀ ਆਰ ਅ ਯੂਨੀਫਾਰਮਡ ਫੋਰਸ, ਅਸੀਂ ਵੀ ਹੈਵ ਟੂ ਬੀ ਅ ਮਾਡਲ ਟੂ ਅਦਰਸ ਆਲਸੋ। ਔਰ ਅਸੀਂ ਕਿਉਂਕਿ ਸੋ ਇਸ ਕਰਕੇ ਅਸੀਂ ਇਹ ਐਜੂਕੇਸ਼ਨ ਟ੍ਰੇਨਿੰਗ ਦੇ ਥਰੂ ਵੀ, ਜਿਵੇਂ ਤੁਸੀਂ ਦੱਸਿਆ, ਉਹ ਕੋਸ਼ਿਸ਼ਾਂ ਕਰ ਰਹੇ ਹੈਗੇ ਆ। ਔਰ ਬੜੇ ਪੜ੍ਹੇ ਲਿਖੇ ਚੰਗੇ ਬੱਚੇ ਸਾਡੇ ਭਰਤੀ ਹੋ ਰਹੇ ਆ। ਅਸੀਂ 10,000 ਐਜੂਕੇਸ਼ਨ ਦਾ ਪੱਧਰ ਵਧ ਰਿਹਾ, 10,000 ਤੋਂ ਵੱਧ ਬੱਚੇ ਅਸੀਂ ਹੁਣ ਵੀ ਪੰਜਾਬ ਦੇ ਭਰਤੀ ਕਰ ਰਹੇ ਆ। ਵੱਖਰੇ ਲਾਅ ਗ੍ਰੈਜੂਏਟਸ, ਫੋਰੈਂਸਿਕ ਗ੍ਰੈਜੂਏਟਸ, ਕਾਮਰਸ ਗ੍ਰੈਜੂਏਟਸ, ਸੋਸ਼ਲ ਵਰਕ। ਸੋ ਅਸੀਂ, ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਪੁਲਿਸ ਦਾ ਜਿਹੜਾ ਅਕਸ ਹੈ, ਪੰਜਾਬ ਪੁਲਿਸ ਦਾ ਇੱਕ ਫੇਸ ਹੈ, ਉਹ ਵੀ ਚੇਂਜ ਹੋ ਰਿਹਾ। ਅਸੀਂ ਕੋਵਿਡ ਦੇ ਵਿੱਚ ਵੀ ਬਹੁਤ ਸਾਰੇ ਕੰਮ ਕੀਤੇ, ਬੱਚਿਆਂ ਨੇ ਖੁਦ ਹੀ ਸਾਡੇ ਜਿਹੜੇ ਪੁਲਿਸ ਜਵਾਨ ਸੀਗੇ, ਲੇਡੀ
ਅਫਸਰ ਸਨ, ਸਭ ਨੇ ਬਹੁਤ ਵੱਧ ਚੜ ਕੇ ਸਮਾਜ ਲਈ ਉਹ ਕੰਮ ਕੰਮ ਕੀਤਾ ਹੈ। ਕੀਤਾ ਸੋ ਬਹੁਤ ਤਬਦੀਲੀ ਹੋਈ ਹੈ ਔਰ ਮੈਨੂੰ ਲੱਗਦਾ ਕਿ ਬੜੀ ਫਾਸਟ ਤਬਦੀਲੀ ਆ ਵੀ ਰਹੀ ਹੈ। ਸੋ ਪੁਲਿਸ ਅਫਸਰਸ ਦੇ ਥਿੰਕ ਦੇ ਆਪਣਾ ਸੋਚਦੇ ਹੈ, ਸੋਚ ਸਮਝ ਕੇ ਚੀਜ਼ਾਂ ਕਰ ਰਹੇ ਹੈ, ਕੁਝ ਚੰਦ ਉਹ। ਠੀਕ ਸਰ, ਆਖਿਰ 'ਚ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ, ਕੀ ਅਪੀਲ ਕਰਨਾ ਚਾਹੁੰਦੇ ਆ ਵਰਤਮਾਨ ਸਥਿਤੀ 'ਚ? ਮੇਰੀ ਪਹਿਲਾਂ ਵੀ ਮੈਂ ਗੱਲ ਕੀਤੀ ਕਿ ਜਿਹੜਾ ਪੰਜਾਬ ਦਾ ਯੂਥ ਹੈ, ਸਾਡੇ ਜਿਹੜੇ ਜਵਾਨ ਜਿਹੜੇ ਯੂਥ ਹੈ, ਉਹਨੂੰ ਅਸੀਂ ਮਤਲਬ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਇਹੋ ਜਿਹੀਆਂ ਤਾਕਤਾਂ ਹਨ ਬਾਹਰੋਂ ਤੁਹਾਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਹੀਆਂ, ਦੂਸਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ। ਔਰ ਦੂਸਰਾ ਜੋ ਬਹੁਤ ਇੰਪੋਰਟੈਂਟ ਹੈ, ਜਿਹੜਾ ਮੈਂ ਟਿਫਨ ਬੰਬ ਵਗੈਰਾ ਜਿਹੜੇ ਬੰਬ ਬਣ ਕੇ ਬਾਹਰੋਂ ਆ ਰਹੇ ਹਨ, ਉਹਨਾਂ ਨੇ ਇੱਕ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਆਪਣਾ ਇੱਕ ਪੂਰਾ ਬੰਬ ਫਿਟ ਕਰ ਰੱਖਿਆ ਹੈ। ਮਤਲਬ ਇਹ ਬੜੀ ਅਨਫੋਰਚੂਨੇਟ ਚੀਜ਼ ਹੈ ਕਿ ਮਤਲਬ ਬੱਚਿਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ, ਮਤਲਬ ਇਹ ਜਿਹੜੀਆਂ ਬਾਹਰ ਦੀਆਂ ਸ਼ਕਤੀਆਂ। ਸੋ ਮੈਂ ਪਰਸੋਂ ਵੀ ਅਪੀਲ ਕੀਤੀ ਸੀ, ਮੈਂ ਇਹ ਵੀ ਇਹ ਓਪਰਚੁਨਿਟੀ ਲਵਾਂਗਾ ਸਭ ਨੂੰ ਕਹਿਣ ਲਈ ਕਿ ਇਹ ਜਿਹੜੇ ਟਿਫਨ ਬਾਕਸਿਸ ਹੈ ਉੱਥੇ ਪਾਕਿਸਤਾਨ ਦੀ ਇੱਕ ਈ-ਕਾਮਰਸ ਵੈਬਸਾਈਟ ਤੇ ਬਣ ਰਹੇ ਹੈਗੇ ਆ, ਉੱਥੇ ਬੱਚਿਆਂ ਦੇ ਕਾਰਟੂਨ ਕਰੈਕਟਰਸ ਹੈਗੇ ਆ, ਦੂਸਰੇ ਹੈ तो प्लास्टिक के डब्बे हैं डबल डेकर हो। सो यह जी कोई चीज़ मिलती है, कोई अनक्लेम्ड ऑब्जेक्ट मिलती है, कोई दूसरी यह जी कोई सस्पिशियस चीज़ मिलती है तो तुरंत 112 ते फ़ोन करो, पुलिस नूं इतलाह करो, उन्होंने हथ ना लावो। सो असी हुण 15 अगस्त है, उसके बाद साडे फेस्टिवल सीजन है, तो असी इलैक्शनस की गल कीती। सो वी आर पासिंग थ्रू वेरी डिफिकल्ट ट्रबल टाइम्स। तो मैं ਤੁਹਾਡੇ ਦਰਸ਼ਕਾਂ ਦੇ ਥਰੂ ਇਹੀ ਮੈਸੇਜ ਪਹੁੰਚਾਉਣਾ ਚਾਹਾਂਗਾ ਕਿ ਵੀ ਹੈਵ ਟੂ ਬੀ ਵਿਜੀਲੈਂਟ। ਜਿਹੜਾ ਸਮਾਜ ਹੈ, ਲੋਕ ਹੈਗੇ ਆ, ਉਹ ਸਾਡੇ ਦੇ ਕਿ ਸਾਡੇ ਆਈਜ਼ ਐਂਡ ਈਅਰਸ ਬਣੋ, ਸਾਨੂੰ ਸਾਡੇ ਨਾਲ ਕਾਈਂਡਲੀ ਇਨਫੋਰਮੇਸ਼ਨ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਨੂੰ ਸੁਰੱਖਿਅਤ ਰੱਖਣ ਦੇ ਵਿੱਚ ਕਾਮਯਾਬ ਹੋ ਸਕੀਏ। ਦਿਨਕਰ ਗੁਪਤਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਤੁਸੀਂ ਪੰਜਾਬ ਦੀ ਸੁਰੱਖਿਆ ਸਥਿਤੀ ਬਾਰੇ ਤੇ ਇਸ ਖਿੱਤੇ ਦੀ ਸੁਰੱਖਿਆ ਸਥਿਤੀ ਬਾਰੇ ਬੜੀ ਕੀਮਤੀ ਵਿਚਾਰ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। थैंक यू जी, शुक्रिया, बहुत मेहरबानी। प्यारे दर्शकों, हुण इस प्रोग्राम का समा खत्म हो गया। अगली बार किसी होर अहम शख्सियत नाल तुहाडी मुलाकात करावांगे। तुसीं देखदे रहो अजीत वैब टीवी। शुक्रिया।